करता पुरख निरभौ निर्वैर अकाल मूरत अजूनी सैभं गुर प्रसाद। तैंडी बंदिश मैं कोई ना डिठा, तू नानक मन भाणा कोल कुम्हाई। तिस मित्र विचोले जै मिल कंत पछाणा। कोल कुम्हाई तिस मित्र विचोले जै मिल कंत पछाणा। सतनाम वाहिगुरु साहिब जियो। सूही महला पहला सुचज्जी, जां तू तां मैं सबको। तू साहिब मेरी रास जियो। तुध अंतर हाँ सुख वसां, तू अंतर शाबास जियो। जां तू तां मैं सबको। तू साहिब मेरी रास जियो। तुध अंतर हाँ सुख वसां, तू अंतर शाबास जियो। भाणै तख्त वडाइयां, भाणै भीख उदास जियो। भाणै थल सिर सर्व है, कमल फुलै आकाश जियो। भाणै भवजल लंघियै, भाणै मंझ परियास जियो। भाणै सो शहो रंगूला, सिफत रता गुणतास जियो। भाणै शह बिहावला, हूँ आवण जान मुयास जियो। तू शह अगम अतोलवा, हाँ कह कह टह पयास जियो। क्या मांगूं क्या कह सुनी, मैं दर्शन भूख प्यास जियो। गुर शब्दी शह पाया, सच नानक की अरदास जियो। क्या मांगूं क्या कह सुनी, मैं दर्शन भूख प्यास जियो। गुर शब्दी शह पाया, सच नानक की अरदास जियो। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार बख्शिश। टल दी शाम असी सत्संगत दा समा प्राप्त कर रहे हाँ। अजे हुणे आप गुरबाणी कीर्तन सरवण कर रहे सी। इस समय विच गुरशब्द विवेचना व्याख्यान होएगा। इस गोचरे सूही राग सानू प्राप्त है। सूही राग विच गुरु नानक साहब द्वारा उचरित की गई पावन बाणी पहला कुचज्जी, हुण जो शब्द असी पढ़ रहे हैं सुचज्जी। इस शब्द का भी
ਕਾਫੀ ਹਿੱਸਾ ਅਸੀਂ ਵਿਚਾਰਿਆ ਹੈ। ਕੁਛ ਸਤਰਾਂ ਬਾਕੀ ਨੇ, ਉਹਨਾਂ ਦੀ ਅੱਖਰ ਬਾ ਅੱਖਰ ਅੱਜ ਜਿਵੇਂ ਸਮਾਂ ਅਲਾਓ ਕਰੇਗਾ ਉਹਦੀ ਇੰਟਰਪ੍ਰੀਟੇਸ਼ਨ, ਉਹਦੀ ਟਰਾਂਸਲੇਸ਼ਨ ਦੇ ਨਾਲ ਅਸੀਂ ਸਾਂਝ ਪਾਵਾਂਗੇ। ਸੋ ਬਚਨ ਜਿਵੇਂ ਆਪ ਬੀਤੇ ਜੇ ਸਰਵਨ ਕਰ ਰਹੇ ਹੋਵੋ, ਸੁਚੱਜ ਦਾ ਮਤਲਬ ਇਹ ਹੁੰਦਾ ਹੈ ਜਿਹਨੂੰ ਅਸੀਂ ਕਹਿ ਲਈਏ ਕਿ ਗੁੱਡ ਬਿਹੇਵੀਅਰ, ਚੰਗਾ ਵਿਹਾਰ। ਮਨੁੱਖ ਦਾਨੇ ਲੋਕਾਂ ਨੇ ਬਤਨ ਗੱਲ ਕਹੀ ਹੈ ਕਿ ਬੰਦੇ ਦਾ ਚੰਮ ਨਹੀਂ ਕੰਮ ਵੇਖਿਆ ਜਾਂਦਾ, ਅਤੇ ਇਹਦੇ ਕੰਮ ਦਾ ਮਤਲਬ ਇਹ ਹੈਗਾ ਸਾਡਾ ਵਿਹਾਰ, ਸਾਡੀ ਕਿਰਦਾਰੀਅਤ, ਸਾਡੀ ਜਿਹੜੀ ਅਸਲ ਸੁਹਬਤ ਆ ਉਹ ਸਾਡੇ ਅਮਲ ਵਿੱਚੋਂ ਨਿਕਲਦੀ ਹੈ। ਸੋ ਬੰਦੇ ਦਾ ਵਿਹਾਰ ਅਤੇ ਕਿਰਦਾਰ ਇਹ ਉਸ ਨੂੰ ਤੈਅ ਕਰਦਾ ਹੈਗਾ ਕਿ ਉਹ ਬੰਦਾ ਕੌਣ ਆ। ਨਾਂ ਤਾਂ ਕੋਈ ਵੀ ਕੋਈ ਰੱਖ ਸਕਦਾ ਆ, ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਵੀ ਕੋਈ ਡਰੈਸਅਪ ਕਰ ਸਕਦਾ ਹੈ, ਆਪਣੀ ਆਈਡੈਂਟੀਟੀ ਕਿਸੇ ਸ਼ੇਪ ਵਿੱਚ ਲਿਆ ਸਕਦਾ ਹੈ, ਪਰ ਐਂਡ ਆਫ ਦਾ ਡੇ ਇੱਥੇ ਅਮਲ ਵੇਖਿਆ ਜਾਏਗਾ। ਅਤੇ ਅਮਲ ਦੇ ਵਿੱਚ ਚੱਜ ਹੋਣਾ, ਮਤਲਬ ਜਿਹਨੂੰ ਕਹਿ ਲਓ ਕਿ ਬੰਦਾ ਮੈਨਰਫੁਲ ਹੋਏ, ਬੰਦੇ 'ਚ ਵਿਹਾਰ ਦੀ ਜਿਹੜੀ, ਜਿਹਨੂੰ ਸਿੰਪਲ ਰੂਪ 'ਚ ਕਹਿੰਦੇ ਅਸੀਂ ਕਿ ਬੰਦਾ ਇੱਕ ਇੰਟੀਗ੍ਰਿਟੀ, ਇੱਕ ਟਰੂਥਫੁਲਨੈਸ ਜਿਹੜੀ ਹੁੰਦੀ ਹੈ ਉਹਦਾ ਧਾਰਨੀ ਹੋਏ, ਅੰਦਰੋਂ ਸੈਲਫ ਡਿਸਿਪਲਿਨ ਵਿੱਚ ਉਸ ਤਰੀਕੇ ਨਾਲ ਉਕਰਿਆ ਹੋਏ। ਸੋ ਇਸ ਨੂੰ ਸੁਚੱਜ ਕਿਹਾ ਗਿਆ ਹੈ। ਸੋ ਸੁਚੱਜੀ ਉਹ ਜੀਵਾਤਮਾ ਜਿਹੜੀ ਇਹਨਾਂ ਗੁਣਾਂ ਨਾਲ ਪ੍ਰਣਾ ਕੇ ਤੁਰਦੀ ਹੈ। ਨਾਲ ਹੀ ਇਹਦੇ 'ਚ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੂੰ ਪਤੀ ਦੇ ਰੂਪ ਦੇ ਵਿੱਚ ਅਤੇ ਇਸ ਜੀਵਾਤਮਾ ਨੂੰ ਇੱਕ ਧਨ ਦੇ ਰੂਪ ਵਿੱਚ ਪ੍ਰੈਜ਼ੈਂਟ ਕੀਤਾ ਗਿਆ। ਇਸ ਪ੍ਰੈਜ਼ੈਂਟੇਸ਼ਨ ਦੇ ਅੰਦਰ ਸਾਨੂੰ ਡੇ ਟੂ ਡੇ ਲਾਈਫ ਜਿਹੜੀ ਸਾਡਾ ਘਰ-ਬਾਰ ਹੈ, ਘਰ ਦਾ ਮਾਹੌਲ ਆ, ਉਹਦੇ ਬਾਬਤ ਵੀ ਸਾਨੂੰ ਸਿੱਖਿਆ ਮਿਲ ਰਹੀ ਹੈ। ਸੋ ਅਸੀਂ ਦੋਨਾਂ ਐਂਗਲਸ ਤੋਂ ਇਹਨੂੰ ਜਿਹੜਾ ਹੈਗਾ ਉਸ ਰੂਪ ਵਿੱਚ ਇਹਦੀ ਬਾਤ ਪਾ ਰਹੇ ਹਾਂ। ਬਚਨ ਜਿੱਥੇ ਵਿਚਾਰਦਿਆਂ ਹੋਇਆਂ ਬੀਤੇ ਕੱਲ ਸਮੇਟਿਆ ਸੀਗਾ, ਮਹਾਰਾਜ ਜ਼ਿਕਰ ਕਰ ਰਹੇ ਸੀਗੇ ਕਿ ਭਾਣ ਹੈ ਥਲ ਸਿਰ ਸੱਚ ਵਹੈ, ਕਮਲ ਫੁੱਲ ਹੈ ਆਕਾਸ ਜੀਓ। ਨਾ ਉਮੀਦਗੀ ਵਿੱਚ ਉਮੀਦ ਸਥਾਪਿਤ ਕਰਨੀ, ਕਰਤਾਰ ਦਾ ਭਾਣਾ ਹੋਏ ਅਤੇ ਫਿਰ ਮਾਰੂਥਲ ਦੇ ਵਿੱਚ ਦਰਿਆ ਵੀ ਵਗ ਸਕਦਾ ਹੈ। ਅਤੇ ਇਹ ਹੈ ਕਿ ਤੁਸੀਂ ਜੀਵਨ ਦੇ ਵਿਹਾਰ ਦੇ ਵਿੱਚੋਂ ਲਿਆ ਸਕਦੇ ਹੈਗੇ ਹੋ। ਪਹਿਲਾਂ ਆਪਣੇ ਆਪ ਨਾਲ ਦੇਖੋ। ਕਈ ਵਾਰ ਬੰਦਾ ਆਪਣੇ ਆਪ ਤੋਂ ਹੀ ਹੋਪਲੈਸ ਹੋ ਜਾਂਦਾ ਹੈ। ਆਈ ਐਮ ਅ ਵੈਰੀ ਬੈਡ ਪਰਸਨ, ਆਈ ਡੋਂਟ ਹੈਵ ਐਨੀ ਕਾਈਂਡ ਆਫ quality in my life, I don't have any kind of virtues, so that mean I cannot even hope that one day I will be a nice or good person। ਬੰਦਾ ਇਸ ਕਿਸਮ ਦੀ ਬਾਤ ਕਰ ਲੇ। ਅਸੀਂ ਜਿਹੜੇ ਲੋਕ ਕਿਸੇ ਬੈਡ ਕੰਪਨੀ ਦੇ ਵਿੱਚ ਐਸੋਸੀਏਟ ਹੋ ਜਾਂਦੇ ਨੇ, ਜਿਹੜੇ ਲੋਕ ਨਸ਼ਿਆਂ ਦੀ ਸੱਲ ਵਿੱਚ ਉਹਨਾਂ ਦੇ ਉਸ ਟਰੈਪ 'ਚ ਫਸ ਜਾਂਦੇ ਨੇ ਜਾ ਕੇ, ਜਾਂ ਹੋਰ ਬਹੁਤ ਸਾਰੀਆਂ ਇਸ਼ੂਜ਼ ਆ ਜਾਂਦੀਆਂ ਨੇ ਬੰਦੇ ਨੂੰ, ਉਹਨਾਂ ਨਾਲ ਡੀਲ ਕਰਦੇ ਹਾਂ। ਅਤੇ ਜਿਹੜੀ ਵੱਡੀ ਗੱਲ ਹੁੰਦੀ ਕਿ ਉਹਨਾਂ ਦਾ ਸੈਲਫ ਕੌਨਫੀਡੈਂਸ ਬੂਸਟ ਕਰਨਾ, ਉਹਨਾਂ ਨੇ ਸ਼ੀਸ਼ਾ ਵਿਖਾਉਣਾ ਕਿ ਤੁਸੀਂ ਨੋ ਡਾਊਟ ਤੁਹਾਡੀਆਂ ਚੋਇਸਿਸ ਗਲਤ ਹੋਈਆਂ, ਤੁਹਾਡੀਆਂ ਆਦਤਾਂ ਗਲਤ ਹੋਈਆਂ, ਤੁਸੀਂ ਗਲਤ ਪਾਸੇ ਤੁਰ ਪਏ, ਪਰ ਇਫ ਯੂ ਪੁੱਟ ਐਫਰਟ, ਇਫ ਯੂ ਹੈਵ ਬਿਲੀਵ ਇਨ ਯੋਰ ਸੈਲਫ, ਦੈਨ ਡੈਫੀਨੇਟਲੀ ਯੂ ਕੈਨ ਪ੍ਰੋਡਿਊਸ ਡਿਫਰੈਂਟ ਰਿਜ਼ਲਟਸ। ਹੁਣ ਜਿਹੜੀ ਆਹ ਬਾਤ ਹੈ, ਇਹ ਹੈ ਮਾਰੂਥਲ ਦੇ 'ਚ ਦਰਿਆ ਵਗਾ ਦੇਣਾ। ਬੰਦਾ ਜਦੋਂ ਬਹੁਤ ਹੋਪਲੈਸ ਹੋ ਜਾਏ, ਉਹਦੇ ਵਿੱਚ ਉਮੀਦ ਦੀ ਕਿਰਨ ਜਾਗਣੀ, ਅਤੇ ਉਸ ਉਮੀਦ ਦੇ ਮੁਤਾਬਕ ਉਹ ਉਸ ਸਿੱਟੇ ਤੱਕ ਪਹੁੰਚ ਜਾਏ, ਉਸ ਰਿਜ਼ਲਟ ਨੂੰ ਇੰਜੋਏ ਕਰ ਸਕੇ। ਹੁਣ ਇਹ ਬਾਤ ਇਹ ਹੈ ਰਿਲੇਸ਼ਨਸ਼ਿਪ ਦੇ ਵਿੱਚ ਵੀ ਇਹੀ ਹੁੰਦਾ ਹੈ। ਜਿਵੇਂ ਅੱਜ ਦੇ ਸਮਾਜ ਅਸੀਂ ਦੇਖਦੇ ਹੈਗੇ ਆ, ਡਾਈਵੋਰਸ ਰੇਟ ਬੜਾ ਹਾਈ ਹੋ ਚੁੱਕਾ ਆ, ਜਿਹੜੀ ਸੈਪਰੇਸ਼ਨ ਹੋਣੀ ਹੈ, ਮਾੜੀ ਮਾੜੀ ਗੱਲ ਤਾਂ ਤੁਸੀਂ ਦੇਖਦੇ ਹੈਗੇ ਹੋ। ਈਵਨ ਇਹਨੂੰ ਛੱਡੋ, ਭੈਣ ਭਰਾਵਾਂ ਦਾ ਮਿਲ ਵਰਤਨ ਵੇਖੋ, ਬੱਚਿਆਂ ਅਤੇ ਮਾਂ ਬਾਪ ਦੀਆਂ ਸਾਂਝਾਂ ਦੇਖੋ। ਮਤਲਬ ਜਿਸ ਕਲਚਰ 'ਚ ਅਸੀਂ ਰਹਿ ਰਹੇ ਹੈਗੇ ਹਾਂ, ਤੁਸੀਂ ਪਿਛਲੇ ਕੋਵਿਡ-19 ਦੇ ਸਾਰੇ ਦੌਰ ਦੇ ਵਿੱਚ ਓਲਡ ਹੋਮਸ ਦੀ ਹਾਲਤ ਦੇਖੀ, ਅਤੇ ਉਹਦੇ 'ਚ ਵੱਡੇ ਲੈਵਲ 'ਤੇ ਪਤਾ ਲੱਗਾ ਕਿ ਜਿਹੜੇ ਲੋਕ ਸੀਨੀਅਰ ਸਿਟੀਜ਼ਨਸ ਜਿਹਨਾਂ ਨੂੰ ਕਿਹਾ ਗਿਆ, ਜਿਹੜੇ ਬਜ਼ੁਰਗ ਹੋ ਗਏ, ਉਹਨਾਂ ਦੀ ਘਰਾਂ 'ਚ ਥਾਂ ਕੋਈ ਨਹੀਂ ਰਹੀ। ਅਤੇ ਇਕੱਲੀ ਘਰਾਂ ਦੀ ਥਾਂ ਛੱਡੋ, ਉਹਨਾਂ ਨਾਲ ਪਰਿਵਾਰਾਂ ਦੀ ਸਾਂਝ ਕੋਈ ਨਹੀਂ ਰਹੀ। ਮਤਲਬ ਉਹ ਪਰਿਵਾਰਾਂ ਤੋਂ ਦੂਰੀ ਵੱਧਦੀ ਵੱਧਦੀ ਇੱਕ ਤਰ੍ਹਾਂ ਦੇ ਬਿਲਕੁਲ ਆਈਸੋਲੇਟ ਹੋ ਗਏ। ਹੁਣ ਤਾਂ ਕਹਿੰਦਾ ਸੈਲਫ ਆਈਸੋਲੇਸ਼ਨ ਦੀ ਗੱਲ, ਆਲਰੇਡੀ ਦੇਰ ਵਰ ਸਮ ਇੰਡੀਵਿਜੂਅਲਸ ਵਰ ਟੋਟਲੀ ਆਈਸੋਲੇਟਿਡ ਫਰੋਮ ਦੇਅਰ ਓਨ ਫੈਮਿਲੀ, ਓਨ ਸਰਕਲ, ਓਨ ਫਰੈਂਡਸ, ਐਕਚੁਅਲੀ ਉਸ ਰੂਪ ਦੇ ਵਿੱਚ। ਸੋ ਇਹ ਸਾਰੇ ਦੇ ਵਿੱਚੋਂ
ਇੱਕ ਮਹਿਸੂਸ ਹੋਈ ਕਿ ਬਾਤ ਬਣੀ ਹੈ। ਇਹ ਬਾਤ ਇਹ ਹੈ ਕਿ ਜਦੋਂ ਬੰਦਾ ਰਿਸ਼ਤਿਆਂ ਨਾਤਿਆਂ ਸੰਬੰਧਾਂ ਵਿੱਚ ਕੋਈ ਨਿੱਘ ਨਾ ਰਹੇ ਤੇ ਫਿਰ ਬੰਦਾ ਕਈ ਵਾਰੀ ਸੋਚਦਾ ਕਿ ਜੇ ਨਿੱਘ ਨਹੀਂ ਹੈਗਾ ਤੇ ਉਮੀਦ ਵੀ ਕੋਈ ਨਹੀਂ, ਛੱਡੋ ਪਰਾਂ। ਹੋਪਲੈਸ ਸਿਚੁਏਸ਼ਨ ਜਿਹੜੀ ਹੈ ਇਹ ਬੰਦੇ ਨੂੰ ਬਿਲਕੁਲ ਦੂਜੇ ਪਾਸੇ ਨੂੰ ਮੋੜ ਦਿੰਦੀ ਹੈ। ਪਰ ਇਹ ਵੀ ਆਪ ਚੇਤੇ ਰੱਖੋ, ਹਰ ਚੀਜ਼ ਦੇ ਵਿੱਚ ਕਈ ਵਾਰੀ ਇਨਵੈਸਟਮੈਂਟ ਕਰਦਾ ਬੰਦਾ ਤਾਂ ਉਹਦਾ ਰਿਜ਼ਲਟ ਲੇਟਰ ਔਰ ਸੂਨਰ ਆਉਂਦਾ। ਜਿਵੇਂ ਜ਼ਮੀਨ ਆ, ਜ਼ਮੀਨ ਦੇ ਵਿੱਚ ਤੁਸੀਂ ਕੁਝ ਫਲ ਬੀਜਦੇ ਹੋ, ਕੁਝ ਕਿਸੇ ਕਿਸਮ ਦਾ ਬੀਜ ਬੀਜਦੇ ਹੋ ਅਤੇ ਉਹ ਵਕਤ ਪਾ ਕੇ ਉਹ ਹਰਾ ਵੀ ਹੁੰਦਾ ਹੈ, ਉਹਨੂੰ ਫੁੱਲ ਵੀ ਲੱਗਦੇ, ਉਹਨੂੰ ਫਲ ਵੀ ਲੱਗਦਾ ਆ। ਪਰ ਰਿਐਲਿਟੀ ਦੇ ਵਿੱਚ ਰੀਅਲ ਰੂਪ ਦੇ ਜਿੱਥੇ ਬੰਦਾ ਕਰੇ ਫਿਰ ਬਲੀਵ ਵੀ ਹੁੰਦਾ ਹੈ ਕਿਸੇ ਤਰੀਕੇ ਨਾਲ। ਅਤੇ ਜ਼ਰੂਰੀ ਨਹੀਂ ਹਰ ਵਕਤ ਫਲ ਅਤੇ ਫੁੱਲ ਮਿਲਣ, ਪਰ ਇੱਕ ਉਮੀਦ ਵਿੱਚ ਬੰਦਾ ਤੁਰਦਾ ਹੈ। ਅਤੇ ਕਰਤਾਰ ਦੀ ਕੁਦਰਤ ਦੀ ਖੇਡ ਇਹ ਹੈ, ਮੋਸਟਲੀ ਕੁਦਰਤ ਤਰਸ ਕਰਦੀ ਹੈ ਅਤੇ ਉਹ ਫਲ ਅਤੇ ਫੁੱਲ ਪ੍ਰਾਪਤ ਹੁੰਦੇ ਨੇ। ਸੋ ਗੁਰੂ ਬਾਬਾ ਜੀ ਨੇ ਬਾਤ ਕੀਤੀ ਕਿ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਤੁਸੀਂ ਉਹਦੇ ਨਾਲ ਸਾਂਝ ਪਾਉਣੀ ਹੈ ਤਾਂ ਸੰਸਾਰ ਵਿੱਚ ਹੀ ਰਵਦਾ, ਇਹਦੇ ਵਿੱਚ ਹੀ ਵਿਚਰਦਾ ਅਤੇ ਇਹਦੇ ਵਿੱਚ ਤੁਸੀਂ ਇਸੇ ਸੰਸਾਰ ਦੇ ਵਿੱਚੋਂ ਹੀ ਉਸ ਰੱਬ ਦੀ ਜੋਤ ਨੂੰ ਵੇਖੋ। ਅਤੇ ਸਾਡਾ ਸੰਸਾਰ ਜਿਹੜਾ ਹੈਗਾ, ਸਭ ਤੋਂ ਪਹਿਲਾ ਸੰਸਾਰ ਸਾਡਾ ਆਪਣਾ ਪਰਿਵਾਰ ਹੁੰਦਾ ਹੈ, ਆਪਣਾ ਕੁਟੁੰਬ ਹੁੰਦਾ, ਆਲਾ ਦੁਆਲਾ ਹੁੰਦਾ ਹੈ। ਮਾਫੀ ਮੰਗਾਂਗਾ, ਮੈਂ ਛੋਟੀ ਜਿਹੀ ਮਿਸਾਲ ਇੱਥੇ ਦੇਵਾਂ ਜੇ, ਜਿਵੇਂ ਗੁਰੂ ਗ੍ਰੰਥ ਸਾਹਿਬ ਇਹਦੇ 'ਚ ਭਗਤੀ ਦੀ ਬੜੀ ਗੱਲ ਹੈ। ਭਾਰਤੀ ਖਿੱਤੇ 'ਚ ਭਗਤੀ ਦੀ ਧਾਰਾਂ ਦੋ ਨੇ, ਇੱਕ ਨਿਰਗੁਣ, ਇੱਕ ਸਰਗੁਣ। ਗੁਰਬਾਣੀ ਨਿਰਗੁਣ ਅਤੇ ਸਰਗੁਣ ਦੋਵਾਂ ਦਾ ਮਿਕਸ ਕਰਕੇ ਲੈ ਕੇ ਆਉਂਦੀ, ਇੱਕ ਮਿਕਸਚਰ ਹੈਗਾ, ਇੱਕ ਦੋਨਾਂ ਨੂੰ ਕੰਬਾਈਨ ਕਰਦੀ ਉਸ ਰੂਪ ਵਿੱਚ। ਸਰਗੁਣ ਉਦੋਂ ਹੈ ਜਦੋਂ ਅਸੀਂ ਮਾਨਵਤਾ ਦੇ ਵਿੱਚ ਰੱਬ ਦੇ ਰੂਪ ਨੂੰ ਵੇਖਦੇ। ਨਿਰਗੁਣ ਉਦੋਂ ਹੈ ਜਦੋਂ ਅਸੀਂ ਕਿਸੇ ਇੱਕ ਮਨੁੱਖ ਦੀ ਪੂਜਾ ਅਰਚਨਾ ਨੂੰ ਤਰਜੀਹ ਨਹੀਂ ਦਿੰਦੇ। ਨੋ, ਅਲਟੀਮੇਟਲੀ ਸਭ ਗਲਤੀਆਂ ਦੇ ਪੁਤਲੇ ਆ। ਇਸ ਲਈ ਕਿਸੇ ਨੂੰ ਇੱਕ ਆਈਡੀਅਲ ਕਿਉਂ ਬਣਾ? ਆਈਡੀਅਲ ਸਾਡਾ ਗੁਰੂ ਅਤੇ ਰੱਬ ਹੈ। ਇਸ ਰੂਪ ਵਿੱਚ ਬਾਤ ਆਈ। ਪਰ ਜਦੋਂ ਆਪਾਂ ਦੇਖਦੇ ਹੈਗੇ ਆ ਅਤੇ ਸਰਗੁਣ ਭਗਤੀ ਧਾਰਾ ਦੇ ਵਿੱਚ ਭਾਰਤੀ ਖਿੱਤੇ ਦੇ ਅੰਦਰ ਸਾਨੂੰ ਇਹੋ ਜਿਹੇ ਕਰੈਕਟਰਸ ਮਿਲ ਜਾਣਗੇ, ਜਿਵੇਂ ਕ੍ਰਿਸ਼ਨ ਭਗਤ ਸੂਰਦਾਸ ਹੈ। ਸਭ ਤੋਂ ਯੂਨੀਕ ਐਗਜ਼ਾਮਪਲ ਹੈਗੀ ਮੀਰਾ ਬਾਈ ਦੀ। ਹੁਣ ਉਹ ਸਭ ਕੁਝ ਘਰ ਬਾਰ ਛੱਡ ਕੇ ਆਪਣਾ ਉਹ ਕ੍ਰਿਸ਼ਨ ਦੇ ਨਗਮੇ ਗਾਉਂਦੀ ਹੈ, ਕ੍ਰਿਸ਼ਨ ਜੀ ਦੇ ਨਗਮੇ ਗਾਉਂਦੀ, ਕਹਿੰਦੀ ਮੇਰਾ ਵਿਆਹ ਕ੍ਰਿਸ਼ਨ ਦਾ ਮੋਹਨ ਮੀਰਾ ਦਾ ਹੋ ਗਿਆ। ਇਸ ਕਿਸਮ ਦੀ ਬਾਤ ਹੁੰਦੀ ਹੈ। ਹੁਣ ਆਪ ਇਹ ਦੇਖੋ, ਨੋ ਡਾਊਟ ਉਹ ਰਿਸਪੈਕਟਡ ਪਰਸਨੈਲਿਟੀ ਉਹਨਾਂ ਲੋਕਾਂ ਦੇ ਵਾਸਤੇ ਉੱਥੇ ਉਸ ਤਰੀਕੇ ਨਾਲ ਕਰਦੀ ਹੈ। ਐਂਡ ਇਟਸ ਨੋਟ ਅ ਸਮਾਲ ਥਿੰਗ। ਇਹ ਬੜਾ ਰੈਵੋਲੂਸ਼ਨਰੀ ਸਟੈਪ ਸੀ ਉਹਦੇ ਵਾਸਤੇ ਵੀ, ਇੱਕ ਪਰਿਵਾਰ ਵਿੱਚੋਂ ਰਾਜਪੂਤਾਨੇ 'ਚੋਂ ਆ ਕੇ ਸਾਰੀ ਚੀਜ਼ ਕਰਨੀ। ਪਰ ਇਸ ਨੂੰ ਅਸੀਂ ਆਈਡੀਅਲ ਨਹੀਂ ਮੰਨ ਸਕਦੇ। ਆਈਡੀਅਲ ਇਸ ਕਰਕੇ ਨਹੀਂ ਮੰਨ ਸਕਦੇ, ਸਾਰੀ ਸੁਸਾਇਟੀ ਐਵੇਂ ਕਰਨ ਲੱਗ ਜਾਏ ਕਿ ਮੈਂ ਤਾਂ ਕਿਸੇ ਖਾਸ ਅਵਤਾਰ ਨਾਲ ਵਿਆਹੀ ਹਾਂ ਅਤੇ ਉਹਦੇ ਨਾਲ ਅਵਤਾਰ ਨਾਲ ਹੀ ਮੇਰਾ ਵਿਆਹ, ਅਤੇ ਮੈਂ ਉਹਦੀ ਅਰਚਨਾ 'ਚ ਉਹਦੀ ਪੂਜਾ 'ਚ ਆਪਣੇ ਆਪ ਨੂੰ ਲਗਾ ਲੈਣਾ ਹੈਗਾ। ਉਹ ਮੇਰਾ ਰੱਬ ਆ, ਮੈਂ ਰੱਬ ਨਾਲ ਸਾਂਝ ਪਾ ਲਈ। ਗੁਰਮਤਿ ਨੇ ਕੀ ਕਿਹਾ? ਗੁਰਮਤਿ ਨੇ ਸਮਝਾਇਆ ਰੱਬ ਦੀ ਜੋਤ ਹੈ। ਘਰਾਂ ਵਿੱਚ, ਪਰਿਵਾਰਾਂ ਵਿੱਚ, ਆਲੇ ਦੁਆਲੇ ਸਭ ਵਿੱਚ ਉਹੀ ਬੈਠਾ ਹੈ। ਹੋਰ ਕੌਣ ਬੈਠਾ ਹੈਗਾ? ਉਹਨਾਂ 'ਚ ਵੇਖ। ਹੁਣ ਮਤਲਬ ਇਹ ਕਿ ਜਿਹੜਾ ਸਾਡੇ ਆਲੇ ਦੁਆਲੇ ਸੰਸਾਰ ਆ, ਐਕਚੁਅਲੀ ਇਹ ਇੱਕ ਭਾਂਜਵਾਦੀ, ਇੱਕ ਐਸਕੇਪ ਕਰਨ ਵਾਲੀ ਬਿਰਤੀ ਬੰਦੇ 'ਚ ਰਹੀ ਹੈ। ਬੰਦੇ ਕੋਲ ਜੋ ਕੋਲ ਹੈ ਉਹ ਚੰਗਾ ਨਹੀਂ ਲੱਗਦਾ। ਜੋ ਕੋਲ ਨੇ ਉਹਨੂੰ ਲੱਭ ਰਿਹਾ, ਉਹ ਭਾਵੇਂ ਸਪਿਰਿਚੁਅਲ ਐਂਗਲ ਤੋਂ ਲੱਭ ਰਿਹਾ, ਉਹ ਭਾਵੇਂ ਕਿਸੇ ਕਰੈਕਟਰ ਦੇ ਸੁਪਨੇ ਲੈ ਰਿਹਾ, ਜਾਂ ਕਿਸੇ ਹੈਵਨ ਦੇ, ਕਿਸੇ ਸਵਰਗ ਦੇ ਦੇਸ਼ ਦੀ ਬਾਤ ਉਹ ਸੁਪਨੇ 'ਚ ਸਜਾ ਕੇ ਬੈਠਾ ਹੈਗਾ। ਗੁਰਮਤਿ ਨੇ ਕਿਹਾ ਨਾ, ਹੇਅਰ ਐਂਡ ਨਾਓ, ਹੁਣ ਵਿੱਚ ਆ ਜਾ। ਹੁਣ ਤੇ ਬਾਬਾ ਜੀ ਮਾਰੂ ਥੱਲਾ ਹੈ। ਹੁਣ ਤੇ ਉਮੀਦ ਹੀ ਕੋਈ ਨਹੀਂ ਹੈ। ਹੁਣ ਤੇ ਜੇ ਹੁਣ ਵਿੱਚ ਜੀਣਾ ਤੇ ਤੰਗ ਹੋਣਾ, ਦੁਖੀ ਹੋਣਾ। ਬਾਬਾ ਜੀ ਕਹਿੰਦੇ ਇਹੀ ਆਪਣੇ ਆਪ ਵਿੱਚ ਇੱਕ ਬਲੀਵ ਕਰਕੇ ਸਹੀ ਵਿਵੇਕਸ਼ੀਲ ਹੋ ਕੇ ਆਪਣਾ ਅਮਲ ਕਰ। ਇਸ ਮਾਰੂਥਲ ਵਿੱਚ ਵੀ ਇਹ ਤਾਂ ਬਚਨ ਸੀਗਾ, ਭਾਣੈ ਥਲ ਸਿਰ ਸਰਵ ਹੈ। ਉਹਦੇ ਸਿਰ ਦੇ ਉੱਤੇ ਜਿਹੜਾ ਹੈਗਾ ਉਹ ਸਰੋਵਰ ਵਹਿ ਸਕਦਾ। ਕਮਲ ਫੁੱਲੈ ਆਕਾਸ਼ ਜੀਓ, ਬਿਲਕੁਲ ਐਮਪਟੀ ਵੈਕਿਊਮ ਦੇ ਵਿੱਚ ਕੌਲ ਦਾ ਫੁੱਲ ਖਿੜ ਜਾਏ। ਹਾਂ ਭਾਈ, ਇਹ ਪੋਸੀਬਿਲਿਟੀ ਹੈ। ਕਈ ਵਾਰੀ ਸਾਨੂੰ ਨਹੀਂ ਲੱਗਦਾ। ਜੇ ਤੁਸੀਂ ਦੇਖੋਗੇ ਅਤੇ ਜਦੋਂ ਕਿਤੇ ਬੀਜ ਪੁੰਗਰਨ 'ਤੇ ਆਉਂਦਾ ਆ ਅਤੇ ਫਿਰ ਤਾਂ ਤੁਸੀਂ ਦੇਖਿਆ ਹੋਵੇਗਾ ਬਿਲਡਿੰਗਸ ਦੀਆਂ ਛੱਤਾਂ ਦੇ ਉੱਤੇ ਵੀ ਦਰੱਖਤ ਉੱਗ ਜਾਂਦੇ ਨੇ। ਤੁਸੀਂ ਇੰਡੀਆ 'ਚ ਦੇਖਿਆ ਹੋਵੇਗਾ ਵੱਡੇ ਵੱਡੇ ਪਿੱਪਲ, ਬੋੜ ਦੀਵਾਰਾਂ ਦੇ ਵਿੱਚ ਉੱਗ ਕੇ, ਦੀਵਾਰਾਂ ਨੂੰ ਪਾੜ ਕੇ ਵਿੱਚ ਵੱਡੇ ਵੱਡੇ ਜਿਹੜਾ ਏਡੇ ਏਡੇ ਵੱਡੇ ਦਰੱਖਤ ਬਣ ਗਏ। ਸੋ ਇਹ ਨੇਚਰ ਦਾ ਯੂ ਨੈਵਰ ਨੋ, ਉਹਦਾ ਕਿਸ ਰੂਪ ਦੇ ਜਿਹੜਾ ਹੈਗਾ ਉਹ ਰੰਗ ਆ ਜਾਏ। ਸੋ ਉਹਦੀ ਬਾਤ ਕੀਤੀ ਹੈ। ਅੱਗੇ ਹੈ ਭਾਣੈ ਭਵਜਲ ਲੰਘੀ ਹੈ, ਭਾਣੈ ਮੰਝ ਪ੍ਰਯਾਸ ਜੀਓ। ਭਾਣੈ ਭਵਜਲ ਲੰਘੀ ਹੈ। ਜੇ ਉਹਦਾ ਭਾਣਾ ਹੈ ਤਾਂ ਹੋ ਸਕਦਾ ਭਵਜਲ ਦੇ ਵਿੱਚੋਂ ਹੀ ਲੰਘਣਾ ਪਏ। ਕਈ ਵਾਰ ਇਹ ਵੀ ਚੀਜ਼ਾਂ ਹੁੰਦੀਆਂ ਨੇ ਕਿ ਸਪੋਜ਼ ਕਰੋ ਜ਼ਿੰਦਗੀ ਵਿੱਚ ਸਟਰਗਲ ਖਾਸ ਕਰਕੇ ਰਿਲੇਸ਼ਨਸ਼ਿਪਸ ਦੇ ਵਿੱਚ ਉਮਰਾਂ ਲੰਘ ਜਾਂਦੀਆਂ ਕਈ ਵਾਰੀ ਬੰਦਿਆਂ ਨੂੰ ਸਟਰਗਲ ਕਰਦਿਆਂ।
ਪਰ ਉਹ 'ਚ ਇਹ ਵੀ ਦੇਖੋ ਕਿ ਜੇ ਇੱਕ ਸਟਰਗਲ ਤੋਂ ਭੱਜੋਗੇ, ਦੂਜੀ ਜਗ੍ਹਾ 'ਤੇ ਜਾਓਗੇ, ਦੂਜੀ ਤੋਂ ਭੱਜੋਗੇ, ਤੀਜੀ ਕਿੱਥੇ ਕਿੱਥੇ ਭੱਜੋਗੇ। ਕਈ ਵਾਰ ਬੰਦੇ ਨੂੰ ਸਟਰਗਲ ਤੋਂ ਦੌੜਨਾ ਨਹੀਂ ਚਾਹੀਦਾ, ਅਤੇ ਇਹ ਗੁਰਮਤ ਨੇ ਸਿਖਾਇਆ ਵੀ ਹੈ। ਭਾਂਜਵਾਦੀ ਨਹੀਂ ਹੋਣਾ। ਸਮਾਜ ਸੰਸਾਰ ਦੇ ਵਿੱਚ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਨਾ, ਇੱਕ ਜਿਹੜਾ ਹੈਗਾ ਭਗੌੜਾ ਹੀ ਬਣਨ ਵਾਲੀ ਗੱਲ ਆ। ਕਿਤੇ ਥੋੜ੍ਹੀ ਬੰਦੇ ਨੂੰ ਥੋੜ੍ਹਾ ਕਿਸੇ ਕਿਸਮ ਦੇ ਨਾਲ ਇੱਕ ਭਵਜਲ ਦੇ ਰੂਪ ਵਿੱਚ ਕਹਿ ਲਓ ਕਿ ਇੱਕ ਮਾਹੌਲ ਜਿਹੜਾ ਉਹਦੇ ਅਕੋਰਡਿੰਗਲੀ ਉਹਨੂੰ ਕੰਫਰਟ ਫੀਲ ਨਹੀਂ ਕਰ ਰਿਹਾ ਉਹਦੇ ਵਿੱਚ, ਉਹ ਕਹਿੰਦਾ ਲੀਵ ਇਟ। ਆਪਣਾ ਕੰਫਰਟ ਲੱਭਣ ਲਈ ਬੰਦਾ ਨੱਠ ਰਿਹਾ, ਅਤੇ ਜਦੋਂ ਨੱਠ ਰਿਹਾ ਤਾਂ ਉਹਨੂੰ ਅਹਿਸਾਸ ਇਹ ਨਹੀਂਗਾ ਕਿ ਮੈਂ ਜਾਵਾਂਗਾ ਤਾਂ ਜਾਵਾਂਗਾ ਕਿੱਥੇ। ਅਸੀਂ ਇਮੋਸ਼ਨ ਵਿੱਚ ਜੀਨੇ ਹਾਂ। ਗੁਰੂ ਬਾਬਾ ਜੀ ਨੇ ਕਿਹਾ ਇਹ ਵੀ ਕਰਤਾਰ ਦਾ ਭਾਣਾ ਆ। ਕਈ ਵਾਰ ਇਹਦੇ ਵਿੱਚ ਸਟਰਗਲ ਦੇ ਵਿੱਚੋਂ ਹੀ ਲੰਘਣਾ ਪਏਗਾ ਸਾਨੂੰ, ਇਹਦੇ ਵਿੱਚ ਦੀ ਗੁਜ਼ਰਨਾ ਪਏਗਾ ਉਸ ਰੂਪ ਦੇ ਵਿੱਚ। ਸੋ ਇੱਥੇ ਬਚਨ ਆਇਆ, ਭਾਣਾ ਭਵਜਲ ਲੰਘੀ ਹੈ, ਭਾਣਾ ਮੰਝ ਪਰਿਆਸ ਜੀਓ। ਅਤੇ ਭਾਣਾ ਮੰਝ ਪਰਿਆਸ ਕਈ ਵਾਰ ਇਹ ਵੀ ਹੁੰਦਾ ਲੰਘਣਾ ਨਹੀਂ ਹੁੰਦਾ, ਮੰਝ ਪਰਿਆਸ ਦਰਮਿਆਨ ਡੁੱਬ ਜਾਣਾ ਹੁੰਦਾ, ਬਿਲਕੁਲ ਡੁੱਬ ਜਾਣਾ ਵਿੱਚ। ਕੁਦਰਤ ਦੀਆਂ ਵੀ ਖੇਡਾਂ ਨੇ ਕਿ ਜਦੋਂ ਕਿਤੇ ਇਹੋ ਜਿਹੇ ਹਾਲਾਤ ਬਣਨ ਅਤੇ ਕੁਝ ਸਾਂਝਾਂ, ਕੁਝ ਸਨੇਹਤਾ, ਕੁਝ ਖਲੂਸ, ਕੁਝ ਮੁਹੱਬਤਾਂ ਨੂੰ ਮਾਣਦੇ ਹੋਏ ਲੋਕ ਉਹਨਾਂ ਦੇ ਵਿੱਚ ਹੀ ਸਮਾ ਜਾਂਦੇ ਨੇ। ਇਹਦੇ 'ਚ ਇਹ ਵੀ ਬਾਤ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ, ਜਿਵੇਂ ਸਪੋਜ਼ ਮੈਨੂੰ ਸਿੰਪਲ ਕਰਕੇ ਬਿਆਨ ਕਰਦਾ। ਇਹ ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸਟੇਟਸ ਵਿੱਚ ਸੀਗਾ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਪੁਰਬ ਸੀ, ਅਤੇ ਬਾਈ ਚਾਂਸ ਭਾਈ ਗੁਰਦਾਸ ਜੀ ਦੇ ਕੁਝ ਕਵਿਤਾਂ ਅਤੇ ਵਾਰਾਂ ਦੇ ਵਿੱਚੋਂ ਮੈਂ ਕੁਝ ਕਹਿ ਰਿਹਾ ਸੀਗਾ। ਖਾਸ ਕਰਕੇ ਜਿਹੜਾ ਉਹਨਾਂ ਦਾ ਇੱਕ ਕਵਿਤਾ ਹੈਗਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਉਹ ਬਚਨ ਜਿਹੜਾ ਇੱਕ ਸੱਜਣ ਉਹਨਾਂ ਨੇ, ਵੈਸੇ ਮੇਰਾ ਸਟੇ ਥੋੜ੍ਹੇ ਦਿਨਾਂ ਦਾ ਸੀ, ਉਹ ਮੈਂ ਦੇਖਿਆ ਉਹ ਸੁਣਨ ਆਉਂਦੇ ਸੀਗੇ, ਅਤੇ ਉਹ ਅੱਗੇ ਬੈਠ ਕੇ ਸੁਣਦੇ ਬੜਾ ਧਿਆਨ ਦੇ ਨਾਲ। ਮੁੜ ਕੇ ਬਾਹਰ ਨਿਕਲੇ ਅਤੇ ਮੈਨੂੰ ਕਹਿੰਦੇ ਇਫ ਯੂ ਹੈਵ ਟਾਈਮ ਆਈ ਰੀਲੀ ਵਾਂਟ ਟੂ ਟਾਕ ਟੂ ਯੂ। ਮੈਂ ਕਿਹਾ ਜੀ ਸ਼ੋਰ, ਦੱਸੋ। ਕਹਿੰਦਾ ਕਿ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ, ਮੈਂ ਸਿੱਖ ਬਲੀਵਰ ਨਹੀਂ ਹੈਗਾ। ਮੈਂ ਕਿਹਾ ਜੀ ਇਹ ਤੁਹਾਡਾ ਆਪਣਾ ਮਜ਼ਮੂਨ ਆ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੇ ਵਾਸਤੇ ਅਤੇ ਗੁਰੂ ਨੇ ਸਿਖਾਇਆ ਵੀ ਸਭ ਵਿੱਚ ਉਹਦੀ ਜੋਤ ਹੈ, ਤੋ ਰੱਬ ਸਭ ਦਾ ਸਾਂਝਾ ਹੈ। ਮੇਰੇ ਵਾਸਤੇ ਤੁਹਾਡੇ 'ਚ ਉਹਦੀ ਰੂਪਤਾ ਹੈ। ਕਹਿੰਦੇ ਨਹੀਂ, ਮੈਂ ਤੁਹਾਨੂੰ ਇਸ ਕਰਕੇ ਦੱਸਣਾ ਚਾਹੁੰਦਾ ਕਿ ਮੇਰੇ ਸਵਾਲ ਇਹੋ ਜਿਹੇ ਹੋਣਗੇ। ਮੈਂ ਰੈਸ਼ਨਲਿਸਟ, ਤਰਕਸ਼ੀਲ ਹਾਂ, ਮੈਂ ਤਾਰਕਕ ਹਾਂ। ਮੈਂ ਕਿਹਾ ਜੀ ਕੋਈ ਐਸੀ ਗੱਲ ਨਹੀਂ, ਤੁਸੀਂ ਜਿਸ ਤਰ੍ਹਾਂ ਫੀਲ ਕਰਦੇ ਹੋ ਉਸ ਤਰੀਕੇ ਨਾਲ ਦੱਸੋ। ਕਹਿੰਦਾ ਜੀ ਤੁਸੀਂ ਮਾਇੰਡ ਤਾਂ ਨਹੀਂ ਕਰੋਗੇ ਜੇ ਮੈਂ ਤੁਹਾਨੂੰ ਬੜੇ ਪੁੱਠੇ ਸਿੱਧੇ ਜਿਹੇ ਸਵਾਲ ਪੁੱਛ ਲਵਾਂ ਬੜੀ ਇਮਾਨਦਾਰੀ ਨਾਲ। ਮੈਂ ਕਿਹਾ ਜੀ ਗੱਲ ਇਹ ਹੈ ਕਿ ਮਾਇੰਡ ਕਰਨ ਵਾਲੀ ਗੱਲ ਹੋਈ ਤਾਂ ਜ਼ਰੂਰ ਕਰਾਂਗੇ, ਪਰ ਹਾਂ ਸਵਾਲ ਕੋਈ ਪੁੱਠਾ ਸਿੱਧਾ ਨਹੀਂ ਹੁੰਦਾ। ਸਵਾਲ ਦੇ ਪਿੱਛੇ ਭਾਵਨਾ ਪੁੱਠੀ ਸਿੱਧੀ ਹੁੰਦੀ ਹੈ। ਜੇ ਤਾਂ ਤੁਹਾਡੀ ਭਾਵਨਾ ਹੀ ਇਸ ਕਿਸਮ ਦੀ ਹੈ ਤਾਂ ਡੈਫੀਨੇਟਲੀ ਫਿਰ ਭਾਵੇਂ ਸਿੱਧਾ ਵੀ ਸਵਾਲ ਹੋਏ ਬੰਦੇ ਨੇ ਕਿਸੇ ਹੋਰ ਪਾਸੇ ਲੈ ਕੇ ਜਾਣਾ। ਹਾਂ ਜੇ ਤੁਸੀਂ ਅੰਦਰ ਭਾਵ ਵਿੱਚ ਕਲੀਅਰ ਹੈਗੇ ਹੋ ਤਾਂ ਫਿਰ ਆਈ ਡੋਂਟ ਮਾਈਂਡ ਐਟ ਆਲ, ਪਲੀਜ਼ ਐਕਚੁਅਲੀ ਕੀਪ ਔਨ ਆਸਕਿੰਗ ਵਟ ਐਵਰ ਯੂ ਵਾਂਟ ਟੂ ਆਸਕ। ਖੈਰ ਉਹ ਸਾਡੀ ਪਹਿਲਾਂ ਤਾਂ ਇਸ ਗੱਲ 'ਤੇ ਕਾਫੀ ਚਰਚਾ ਹੋਈ। ਫਿਰ ਉਹ ਕਹਿੰਦਾ ਗੱਲ ਇਹ ਹੈ ਕਿ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਦੇ ਦਰ 'ਤੇ ਅਰਦਾਸ ਕਰੋ, ਗੁਰੂ ਤੁਹਾਡੇ ਦੁੱਖ ਰੱਖ ਲਏਗਾ ਅਤੇ ਸੁੱਖ ਦੇ ਦੇਗਾ, ਤੁਹਾਨੂੰ ਤੁਹਾਡੇ ਜੀਵਨ ਨੂੰ ਸੁਖੀ ਕਰੇਗਾ। ਠੀਕ, ਇਹ ਗੱਲ ਇਸ ਤਰੀਕੇ ਨਾਲ ਕਹੀ ਜਾਂਦੀ ਹੈ। ਮੈਂ ਕਿਹਾ ਤੁਸੀਂ ਪੂਰੀ ਗੱਲ ਕਰੋ, ਮੇਰੇ ਤੋਂ ਇਹ ਨਾ ਪੁੱਛੋ ਕਿ ਠੀਕ ਹੈ ਗਲਤ ਹੈ, ਮੈਂ ਤਾਂ ਬਾਅਦ ਵਿੱਚ ਜਵਾਬ ਦਿਆਂਗਾ ਤੁਹਾਨੂੰ, ਜੋ ਤੁਸੀਂ ਪੂਰੀ ਗੱਲ ਕਰ ਲਓਗੇ। ਲੈਟ ਮੀ ਐਕਚੁਅਲੀ ਲਿਸਨ ਫਸਟ। ਉਹ ਕਹਿੰਦੇ ਜੀ ਇਹ ਗੱਲ ਕਹੀ ਜਾਂਦੀ ਹੈ, ਪਰ ਹੁਣ ਤੁਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸੁਣਾਈ। ਜਦੋਂ ਸ਼ਹਾਦਤ ਸੁਣਾਈ ਅਤੇ ਕਲੇਜਾ ਫਟ ਕੇ ਮੂੰਹ ਨੂੰ ਆਉਣ ਵਾਲਾ ਹੋ ਗਿਆ। ਬਦੋ ਬਦੀ ਨਾ ਚਾਹੁੰਦੇ ਹੋਏ ਵੀ ਅੱਖਾਂ 'ਚੋਂ ਪਾਣੀ ਆਉਣ ਵਾਲੀ ਹਾਲਤ ਬਣ ਗਈ। ਬੜਾ ਵੇਦਨਮਈ ਹਾਲਤ ਸੀਗੀ। ਮੈਂ ਸੋਚ ਰਿਹਾ ਸੀਗਾ ਕਿ ਅਸੀਂ ਜਿਸ ਗੁਰੂ ਦੇ ਸਾਹਮਣੇ ਅਰਦਾਸਾਂ ਕਰਕੇ ਆਪਣੇ ਦੁੱਖ ਕੱਟਣੇ ਨੇ, ਉਹ ਗੁਰੂ ਇੰਨੀਆਂ ਤਕਲੀਫਾਂ 'ਚੋਂ ਲੰਘਿਆ। ਹੱਦ ਹੋ ਗਈ। ਫਿਰ ਫਾਇਦਾ ਕੀ ਹੈ? ਮੇਰਾ ਸਵਾਲ ਤੁਹਾਨੂੰ ਇਹ ਹੈ, ਤੁਸੀਂ ਦੱਸੋ ਮੈਨੂੰ। ਤੁਸੀਂ ਕਹਿੰਦੇ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ। ਤੁਸੀਂ ਗੁਰੂ ਵੱਲ ਇੱਕ ਕਦਮ ਵਧਾਓ, ਕਰੋੜਾਂ ਕਦਮ ਗੁਰੂ ਅੱਗੇ ਵੱਧ ਕੇ। ਤੇ ਜੇ ਇਹੋ ਜਿਹੀ ਮੁਸੀਬਤ 'ਚ ਗੁਰੂ ਅੱਗੇ ਵੱਧ ਕੇ ਨਹੀਂ ਬਚਾਏਗਾ ਤਾਂ ਕਦੋਂ ਬਚਾਏਗਾ? ਹੁਣ ਆਹ ਜਿਹੜੀ ਗੱਲ ਹੈ, ਜੇ ਸਿਰਫ ਤਰਕ ਦੇ ਹਿਸਾਬ ਨਾਲ ਦੇਖੀਏ ਤਾਂ ਬੜੀ ਤਗੜੀ ਬਾਤ ਲੱਗਦੀ, ਬੜੀ ਦਲੀਲ ਵੱਡੀ ਲੱਗਦੀ ਹੈ। ਪਰ ਇਸ ਤਰ੍ਹਾਂ ਹੁੰਦਾ ਹੈ, ਹਰ ਗੱਲ ਦਾ ਜਵਾਬ ਬਲੈਕ ਐਂਡ ਵਾਈਟ 'ਚ ਨਹੀਂ ਹੁੰਦਾ। ਕੁਝ ਜਵਾਬ ਜਿਹੜੇ ਨੇ ਉਹ ਬੜੇ ਗ੍ਰੇ ਏਰੀਏ ਦੇ ਹੁੰਦੇ ਨੇ, ਜਿਨ੍ਹਾਂ ਨੂੰ ਹਿਊਮਨ ਮਾਈਂਡ ਇਸ ਕਰਕੇ ਨਹੀਂ ਫੜਨਾ ਚਾਹੁੰਦਾ ਕਿਉਂਕਿ ਉਹਨਾਂ
ਜਵਾਬਾਂ ਦੇ ਵਿੱਚ ਬੰਦੇ ਦੀ ਆਪਣੀ ਅਕਾਊਂਟੇਬਿਲਿਟੀ ਤੇ ਆਪਣੀ ਰਿਸਪੌਂਸਿਬਿਲਿਟੀ ਬੜੀ ਤੈਅ ਹੋ ਜਾਂਦੀ ਹੈ। ਮੈਂ ਕਿਹਾ ਜੀ ਤੁਸੀਂ ਗੱਲ ਕਰ ਲਈ ਪੂਰੀ? ਕਹਿੰਦੇ ਹਾਂ ਕਰ ਲਈ। ਕੁਛ ਪਾਰਟ ਹੋਰ ਵੀ ਸੀਗਾ, ਬਸ ਲੈਟ ਮੀ ਐਕਚੁਅਲੀ ਫੋਕਸ ਔਨ ਦੈਟ ਪਾਰਟ, ਦੈਟ ਮਚ ਪਾਰਟ ਓਨਲੀ। ਉਹ ਜਦੋਂ ਇਹ ਗੱਲ ਕਹਿ ਲਈ, ਮੈਂ ਕਿਹਾ ਜੀ ਕੀ ਜੋਬ ਕਰਦੇ ਹੋ? ਬਾਏ ਪ੍ਰੋਫੈਸ਼ਨ ਇੰਜੀਨੀਅਰ ਹੈਗਾ। ਠੀਕ ਹੈ। ਐਨੂਅਲੀ ਕਿੰਨੀ ਇਨਕਮ ਹੈ? ਇੰਨੀ ਇਨਕਮ ਹੈਗੀ ਹੈ, ਘਰ ਆਪਣਾ ਹੈਗਾ, ਪ੍ਰੋਪਰਟੀ ਹੈਗੀ, ਬੱਚੇ ਹੈਗੇ ਨੇ। ਠੀਕ ਹੈ। ਮੈਂ ਕਿਹਾ ਓਨੈਸਟਲੀ ਦੱਸਿਆ ਜੇ, ਬੜੇ ਵਧੀਆ ਜਿਹੜਾ ਹੈਗਾ ਆ ਮੈਟਰਸ ਦੇ ਉੱਤੇ ਸੌਂਦੇ ਹੋਵੋਗੇ, ਬੜੇ ਵਧੀਆ ਸੋਫੇ ਕੁਸ਼ਨ ਜਿਨ੍ਹਾਂ ਦੇ ਬੈਠਦੇ ਹੋਵੋਗੇ, ਸਭ ਐਵਰੀਥਿੰਗ ਯੂ ਹੈਵ ਵਟ ਐਵਰ ਕੰਫਰਟ ਯੂ ਵਾਂਟ। ਕਹਿੰਦੇ ਹਾਂ। ਮੈਂ ਕਿਹਾ ਦਿਲ 'ਤੇ ਹੱਥ ਰੱਖ ਕੇ ਆਪਣੇ ਆਪ ਨੂੰ ਦੇਖ, ਸੋਚ ਕੇ ਦੱਸਿਆ ਜੇ ਬਹੁਤ ਖੁਸ਼ ਹੋ? ਕਹਿੰਦੇ ਜੀ ਕਹਿ ਸਕਦਾ ਖੁਸ਼ ਹਾਂ। ਮੈਂ ਬਹੁਤ ਸੁਖੀ ਹੋ? ਕਹਿੰਦੇ ਜੀ ਕਹਿ ਸਕਦਾ ਸੁਖੀ ਹਾਂ। ਮੈਂ ਕਿਹਾ ਨੋ ਵੇ, ਪਲੀਜ਼ ਮੇਰੇ ਤੋਂ ਆਨਸਰ ਤੁਸੀਂ ਮੰਗ ਰਹੇ ਹੋ, ਮੈਨੂੰ ਵੀ ਆਨਸਰ ਦਿਓ। ਕਦੀ ਇਹੋ ਜਿਹੀਆਂ ਮੂਮੈਂਟ ਆਈਆਂ ਉਹਨਾਂ ਹੀ ਮੈਟਰਸ ਦੇ ਉੱਤੇ ਪਿਆ ਨੀਂਦ ਨਹੀਂ ਆਈ? ਪਰਿਵਾਰਕ ਬੰਦੇ ਹੋ, ਗ੍ਰਸਤੀ ਬੰਦੇ ਹੋ, ਇੱਥੇ ਰਹਿੰਦੇ ਹੋ ਜੀਵਨ ਦੇ ਵਿੱਚ, ਆਖਰਕਾਰ ਬੱਚਿਆਂ ਦਾ ਕੋਈ ਮੁਸ਼ਕਿਲ ਹੁੰਦੀ ਹੈ, ਕੰਮਾਂ ਕਾਰਾਂ ਦੀ, ਯੂ ਡੋਂਟ ਹੈਵ ਐਨੀ ਦੈਟ ਕਾਈਂਡ ਆਫ ਸਿਚੁਏਸ਼ਨ? ਕਹਿੰਦਾ ਮੋਸਟਲੀ ਏ ਲੋਟ ਆਫ ਟਾਈਮ। ਇਹੋ ਜਿਹੀ ਹਾਲਤ ਕਿ ਇਹਨਾਂ ਬਿਸਤਰਿਆਂ ਦੇ ਉੱਤੇ, ਇਹਨਾਂ ਕੀਮਤੀ ਬਿਸਤਰਿਆਂ 'ਤੇ ਪਿਆ ਹੋਇਆਂ ਨੂੰ ਨੀਂਦ ਨਹੀਂ ਆਉਂਦੀ, ਸੋਫਿਆਂ 'ਤੇ ਬੈਠਿਆਂ ਨੀਂਦ ਨਹੀਂ ਆਉਂਦੀ, ਖਾਣੇ ਵਾਲੇ ਟੇਬਲ 'ਤੇ ਬੈਠ ਕੇ ਕਈ ਵਾਰੀ ਇੰਨੇ ਵਧੀਆ ਖਾਣੇ ਖਾਂਦਿਆਂ ਹੋਇਆਂ ਵੀ ਅੰਦਰ ਸੁੱਖ ਸਕੂਨ ਦੀ ਧਾਰਾ ਨਹੀਂ ਬਣਦੀ। ਮੈਂ ਕਿਹਾ ਸਭ ਕੁਛ ਹੁੰਦਾ ਹੈ ਨਾ? ਕਹਿੰਦਾ। ਮੈਂ ਕਿਹਾ ਉਹਦੇ ਵੱਲ ਸੋਚ ਕੇ ਦੇਖੋ, ਜਿਹਨੂੰ ਤੱਤੀ ਤਵੀ 'ਤੇ ਬਿਠਾਇਆ ਜਾ ਰਿਹਾ ਤਾਂ ਉਹਦੇ 'ਚ ਕੋਈ ਦੁੱਖ ਨਹੀਂ ਹੈਗਾ। ਅਹਿਸਾਸ ਕਰੋ ਨਾ ਇਸ ਲੈਵਲ 'ਤੇ। ਐਕਚੁਅਲੀ ਗੱਲ ਇਹ ਨਹੀਂ, ਤੁਸੀਂ ਫਿਜ਼ੀਕਲ ਫਾਰਮ ਦੇਖ ਰਹੇ ਹੋ, ਗੁਰੂ ਤੁਹਾਨੂੰ ਸਟੇਟ ਆਫ ਮਾਈਂਡ ਦਿਖਾ ਰਿਹਾ ਹੈ। ਫਿਰ ਗੁਰਬਾਣੀ ਨੂੰ ਸਹੀ ਰੂਪ ਵਿੱਚ ਅੰਡਰਸਟੈਂਡ ਕਰੋ। ਬਾਣੀ ਕਹਿ ਰਹੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਇਹ ਕਦੋਂ ਕਿਹਾ ਵੀ ਦੁੱਖ ਨਾ ਆਵੇ? ਇਹ ਤਾਂ ਹਕੀਕਤ ਇਹ ਹੈ ਦੁੱਖ ਦਾ, ਤਕਲੀਫ ਦਾ, ਤੇ ਕਈ ਵਾਰ ਮਝਧਾਰ ਦੇ ਵਿੱਚ ਡੁੱਬ ਜਾਣਾ, ਬਿਲਕੁਲ ਵਿਚਕਾਰ। ਇਹ ਕੀ ਹੈ? ਫਿਜ਼ੀਕਲੀ ਤਾਂ ਲੱਗੇਗਾ ਕਿ ਹਾਂ ਇਹ ਤਾਂ ਸਭ ਖਤਮ ਹੋ ਗਿਆ। ਕੋਈ ਬੰਦਾ ਜ਼ਾਹਰ ਅੱਖ ਨਾਲ ਦਲੀਲ ਵਾਲਾ ਤੇ ਕਹੇਗਾ ਲੈ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ, ਸਭ ਚੀਜ਼ਾਂ। ਭਾਈ ਗੱਲ ਇਹ ਹੈ ਜੋ ਚੀਜ਼ ਉਹਨਾਂ ਨੇ ਕੀਤੀ ਸਥਾਪਿਤ, ਉਹਨਾਂ ਨੂੰ ਕਿਹਾ, ਅਸੀਂ ਕਹਿੰਦੇ ਹਾਂ ਸ਼ਹੀਦਾਂ ਦੇ ਸਰਤਾਜ। ਪੰਜਾਬ ਦੀ ਫਿਜ਼ਾਂ ਦੇ ਵਿੱਚ ਉੱਚੇ ਅਸੂਲਾਂ ਲਈ ਆਪਣੀਆਂ ਜਾਨਾਂ ਵਾਰਨ ਦਾ ਇੱਕ ਐਸਾ ਇਤਿਹਾਸ ਸਿਰਜਿਆ, ਉਸ ਸ਼ਹਾਦਤ ਨੇ ਬੀਜ ਬਣਿਆ ਤੇ ਫਿਰ ਬੂਟਾ ਬਣਿਆ ਪੂਰਾ ਦਾ ਪੂਰਾ। ਲੋਕਾਂ ਨੂੰ ਇੱਕ ਨੈਕਸਟ ਲੈਵਲ 'ਤੇ ਲੈ ਆਉਂਦਾ, ਇੱਕ ਨੈਕਸਟ ਚੈਪਟਰ 'ਤੇ ਲੈ ਆਉਂਦਾ। ਜੋ ਅਸੀਂ ਘਰਾਂ ਥਾਵਾਂ ਪਰਿਵਾਰਾਂ 'ਚ ਦੇਖਦੇ ਹਾਂ ਨਾ, ਕਈ ਵਾਰ ਚੀਜ਼ਾਂ ਹੁੰਦੀਆਂ ਨੇ, ਜੇ ਮੈਂ ਛੋਟੇ ਜਿਹੇ ਇੱਕ ਹੋਰ ਐਗਜ਼ਾਮਪਲ ਵੱਖਰੇ ਲੈਵਲ 'ਤੇ ਲੈ ਕੇ ਆਵਾਂ, ਕਿਉਂਕਿ ਜਿਹੜੀ ਫਿਜ਼ੀਕਲ ਅਸੈਸੀਨੇਸ਼ਨ ਹੈ ਜਾਂ ਕੁਰਬਾਨੀ ਹੈ, ਸੈਕਰੀਫਾਈਸ ਹੈ, ਬੜਾ ਵੱਡਾ ਆ। ਕਈ ਵਾਰੀ ਬੰਦਾ ਸੋਚ ਵੀ ਨਹੀਂ ਸਕਦਾ, ਤਾਂ ਆਪਾਂ ਦੇ ਨੇੜੇ ਤੇੜੇ ਵੀ ਨਹੀਂ ਜਾ ਸਕਦੇ ਤੇ। ਪਰ ਮੈਂ ਸਿੰਪਲ ਬਾਤ ਹੋਰ ਇਹਨੂੰ ਕਰ ਦਿੰਦਾ। ਫਿਰ ਸਟੇਟਸ ਤੋਂ ਬਾਤ ਐਗਜ਼ਾਮਪਲ ਕਰਦਾ। ਇੱਕ ਮੇਰੇ ਹੋਰ ਸੱਜਣ ਹੈਗੇ ਨੇ, ਅਤੇ ਉਹ ਉਹਨਾਂ ਦੀ ਫੈਮਿਲੀ ਦਾ ਬੈਕਗਰਾਊਂਡ ਕੁਝ ਇਸ ਤਰ੍ਹਾਂ ਦਾ ਕਿ ਫੈਮਿਲੀ ਪਹਿਲਾਂ ਕੀਨੀਆ ਰਹੀ, ਤੰਜ਼ਾਨੀਆ ਸਾਈਡ ਦੇ ਵਿੱਚ। ਉੱਥੇ ਉਹ ਭੈਣ ਭਰਾਵਾਂ ਦਾ ਜਨਮ ਹੋਇਆ, ਅਤੇ ਦੋ ਉਹਨਾਂ ਦੇ ਫਾਦਰ ਭਰਾ ਨੇ, ਇੱਕ ਚਾਚਾ ਉਹਨਾਂ ਦਾ। ਜਦੋਂ ਬ੍ਰਿਟਿਸ਼ ਨੇ ਉਹ ਏਰੀਆ ਛੱਡਿਆ, ਅਤੇ ਉਦੋਂ ਉਹਨਾਂ ਜਿਹੜੇ ਲੋਕ ਉਹਨਾਂ ਦੇ ਉਸੇ ਕਲੋਨੀ ਦੇ ਵਿੱਚ ਵੱਸ ਰਹੇ ਸੀਗੇ, ਕਿਉਂਕਿ ਬ੍ਰਿਟਿਸ਼ ਕਲੋਨੀ ਸੀਗੀ ਉਹ, ਉਹਨਾਂ ਨੇ ਪ੍ਰਿਵਿਲੇਜ ਦਿੱਤੀ ਕਿ ਜੇ ਤੁਸੀਂ ਚਾਹੋ ਤਾਂ ਯੂ ਕੈਨ ਐਕਚੁਅਲੀ ਹੈਵ ਬ੍ਰਿਟਿਸ਼ ਪਾਸਪੋਰਟ, ਇੰਗਲੈਂਡ ਆ ਕੇ ਰਹਿ ਲਓ। ਚਾਚੇ ਨੇ ਡਿਸਾਈਡ ਕੀਤਾ ਵਿਲ ਗੋ ਬ੍ਰਿਟੇਨ, ਮੈਂ ਇੰਗਲੈਂਡ ਚਲਾ ਜਾਵਾਂਗਾ। ਕਹਿੰਦੇ ਸਾਡੇ ਫਾਦਰ ਸਾਹਿਬ ਨੇ ਕਿਹਾ ਵੀ ਐਡੀ ਜਲਦੀ ਨਹੀਂ, ਲੈਟਸ ਐਕਚੁਅਲੀ ਡਿਸਾਈਡ ਇਨ ਡਿਫਰੈਂਟ ਵੇ। ਬੱਚੇ ਇੰਡੀਆ ਭੇਜਤੇ, ਆਪ ਇੰਗਲੈਂਡ ਚਲੇ ਗਏ। ਕੁਝ ਦਿਨ ਇੰਗਲੈਂਡ ਰਹਿ ਕੇ ਵਾਪਸ ਇੰਡੀਆ ਆਏ ਅਤੇ ਕਹਿੰਦੇ ਨਹੀਂ ਅਸੀਂ ਇੰਡੀਆ ਠੀਕ ਹਾਂ, ਅਸੀਂ ਨਹੀਂ ਜਾਵਾਂਗੇ। ਕਹਿੰਦੇ ਮੋਮ ਨੇ ਕਿਹਾ ਵੀ ਕਾਰਨ, ਉਹ ਉੱਥੇ ਬ੍ਰਿਟਿਸ਼ ਪਾਸਪੋਰਟ ਲੈ ਕੇ ਉੱਥੇ। ਉਹ ਕਹਿੰਦਾ ਗੱਲ ਇਹ ਹੈ ਕਿ ਉੱਥੇ ਅੰਗਰੇਜ਼ੀ ਕਲਚਰ ਹੈ, ਅੰਗਰੇਜ਼ੀ ਲੈਂਗੁਏਜ ਹੈ, ਮੈਂ ਇੰਨਾ ਪੜ੍ਹਿਆ ਲਿਖਿਆ ਹੈ ਨਹੀਂ, ਫਾਊਂਡਰੀਆਂ 'ਚ ਵਗੈਰਾ 'ਚ ਕੰਮ ਕਰਾਂਗਾ ਉੱਥੇ, ਬੱਚਿਆਂ ਨੂੰ ਟਾਈਮ ਦੇ ਨਹੀਂ ਹੋਣਾ, ਤੇਰੇ ਤੋਂ ਵੀ ਕੁਛ ਨਹੀਂ ਹੋ ਸਕਣਾ, ਤੂੰ ਵੀ ਕੋਈ ਨਾ ਇੱਥੇ ਕੋਈ ਭਾਰਾ ਕੰਮ ਕੀਤਾ ਨਾ ਉੱਥੇ ਜਾ ਕੇ ਕਰ ਸਕੇਂਗੀ। ਸਾਡੀ ਡੈਫੀਨੇਟਲੀ ਜਿਹੜੀ ਅਫੋਰਡੇਬਿਲਿਟੀ ਆਪਣੀ ਫੈਮਿਲੀ ਵਾਸਤੇ ਜਿਹੜਾ ਅਸੀਂ ਉਸ ਲੈਵਲ 'ਤੇ ਨਹੀਂ ਜਨਰੇਟ ਕਰ ਸਕਾਂਗੇ। ਬੱਚਿਆਂ ਦੀ ਏਜ ਐਸੀ ਹੈ, ਬੜੇ ਵਲਨਰੇਬਲ ਨੇ। ਇਹਨਾਂ ਨੂੰ ਜਦੋਂ ਇੱਕ ਨਵੇਂ ਮਾਹੌਲ ਦਾ ਐਕਸਪੋਜ਼ਰ ਮਿਲੇਗਾ ਤਾਂ ਇਹ ਵਿਚਾਰੇ ਲੋਸਟ ਹੋ ਜਾਣਗੇ। ਨਾ ਸਾਡੇ ਕੋਲ ਫਾਈਨੈਂਸ਼ੀਅਲ ਸਪੋਰਟ ਪ੍ਰੋਪਰ ਹੋਏਗੀ, ਨਾ ਸਾਡੇ ਕੋਲ ਸੋਸ਼ਲ ਇਨਵਾਇਰਮੈਂਟ ਉਸ ਕਿਸਮ ਦਾ ਹੋਏਗਾ, ਨਾ ਸਾਡੇ ਕੋਲ ਫੈਮਿਲੀ ਉਸ ਕਿਸਮ ਦੇ ਅਸੀਂ ਬਣਾ ਸਕਾਂਗੇ। ਐਂਡ ਆਫ ਦਾ ਡੇ ਅੱਗ ਨਾਲ ਖੇਡਦੇ ਹੋਵਾਂਗੇ, ਅੱਗ ਸਾੜ ਦੇਗੀ, ਕੋਈ ਖੇਡਣਾ ਨਹੀਂ ਆਉਂਦਾ।
ਕੰਟਰੀ ਬੜੀ ਵਧੀਆ, ਅਪੋਰਚੁਨਿਟੀ ਸਭ ਕੁਝ ਹੈ, ਇੰਡੀਆ ਨਾਲ ਤਾਂ ਕਿਤੇ ਬੈਠ ਰਿਹਾ, ਪਰ ਹਕੀਕਤ ਇਹ ਹੈ ਸਾਡੇ ਲਈ ਉਹ ਫਿੱਟ ਨਹੀਂ ਬੈਠਦੇ। ਖੈਰ ਚਾਚਾ ਉੱਥੇ ਚਲਾ ਗਿਆ, ਕਹਿੰਦਾ ਸੀ ਇੱਥੇ ਆ ਗਏ, ਕਹਿੰਦਾ ਮੈਨੂੰ ਯਾਦ ਹੈ ਵੀ ਸਾਡਾ ਬਚਪਨ ਸਾਰਾ ਮੋਮ ਡੈਡ ਦੀ ਲੜਾਈ ਨਾਲ ਹੀ ਨਿਕਲਿਆ। ਮੰਮੀ ਨੇ ਰੋਜ਼ ਕੋਈ ਮੁਸ਼ਕਿਲ ਆਉਣੀ, ਇਹਨੇ ਕਹਿਣਾ ਲੈ ਉਹ ਚੰਗੇ ਰਹਿ ਗਏ ਨਾ ਉੱਥੇ ਤੁਰ ਗਏ, ਸਾਨੂੰ ਇੱਥੇ ਮੁਸੀਬਤ, ਸਾਨੂੰ ਇੱਥੇ ਮੁਸੀਬਤ। ਖੈਰ ਕਹਿੰਦਾ ਫਾਦਰ ਸਾਹਿਬ ਨੇ ਆਪਣੀ ਫੋਕਸ ਰੱਖਿਆ, ਸਾਨੂੰ ਪੜ੍ਹਾਇਆ। ਪੜ੍ਹਾਉਣ ਤੋਂ ਬਾਅਦ ਮਤਲਬ ਮੈਂ ਫਿਰ ਪੜ੍ਹਨ ਵਾਸਤੇ ਅਮਰੀਕਾ ਆਇਆ। ਮੈਂ ਅਮਰੀਕਾ ਪੜ੍ਹ ਕੇ ਇੱਥੇ ਮੈਂ ਜੋਬ ਕੀਤੀ, ਗ੍ਰੀਨ ਕਾਰਡ ਲਿਆ, ਫੈਮਿਲੀ ਨੂੰ ਅਪਲਾਈ ਕੀਤਾ, ਫੈਮਿਲੀ ਇੱਥੇ ਆ ਗਈ, ਡੈਡ ਇੱਥੇ ਆ ਗਏ। ਕੁਝ ਸਮਾਂ ਇਸ ਤਰੀਕੇ ਨਾਲ ਬਤੀਤ ਹੋਇਆ। ਚਾਚੇ ਨਾਲ ਸਾਂਝ ਥੋੜ੍ਹੀ ਬਹੁਤੀ ਰਹੀ, ਆਉਂਦਾ ਜਾਂਦਾ ਰਿਹਾ। ਫਿਰ ਹੌਲੀ ਹੌਲੀ ਫੋਨ 'ਤੇ ਗੱਲ ਹੋਈ, ਚਿੱਠੀ ਪੱਤਰੀਆਂ ਦੇ ਨਾਲ, ਸਖੇ ਨਹੀਂ ਜ਼ਿਆਦਾ ਬਾਤ ਨਾ ਰਹੀ। ਕਹਿੰਦੇ ਆਪ ਅਹਿਸਾਸ ਕਰੋਗੇ ਮੁੜ ਕੇ, ਤੇ ਕਹਿੰਦੇ ਮੇਰੇ ਮਨ ਵਿੱਚ ਕਦੀ ਮਲਾਲ ਰਿਹਾ ਵੀ ਸੱਚ ਕਿਤੇ ਡੈਡੀ ਉਦੋਂ ਚਲੇ ਜਾਂਦੇ ਨਾ ਮੈਂ ਇੰਗਲੈਂਡ, ਕਿਆ ਕਮਾਲ ਹੋਣੀ ਸੀਗੀ, ਮਤਲਬ ਸਾਡੀ ਲਾਈਫ ਹੀ ਕੁਛ ਹੋਰ ਹੋਣੀ ਸੀਗੀ। ਕਹਿੰਦਾ ਮੈਨੂੰ ਪਹਿਲੀ ਵਾਰ ਉਦੋਂ ਪਤਾ ਲੱਗਾ ਜਦੋਂ ਮੈਂ ਅਮਰੀਕਾ ਤੋਂ ਬਾਏ ਚਾਂਸ ਚਾਚੇ ਨੂੰ ਕੋਈ ਲੋੜ ਪੈ ਗਈ ਅਤੇ ਮੈਨੂੰ ਵਾਇਆ ਇੰਗਲੈਂਡ ਇੰਡੀਆ ਨੂੰ ਜਾ ਰਿਹਾ ਸੀ। ਇੰਗਲੈਂਡ ਠਹਿਰਿਆ, ਮੈਂ ਜਾ ਕੇ ਉਹਦੀ ਸਾਰੀ ਫੈਮਿਲੀ ਦੀ ਹਾਲਤ ਦੇਖੀ, ਉਹਦੀ ਹਾਲਤ ਦੇਖੀ, ਮੈਨੂੰ ਲੱਗਾ ਓਹ ਸਾਡੇ ਡੈਡ ਦਾ ਡਿਸੀਜ਼ਨ ਕਿੰਨਾ ਵਾਈਜ਼ ਸੀਗਾ। ਹੁਣ ਇਹਦੇ ਮਾਇਨੇ ਸਮਝੋ ਕੀ ਨੇ। ਉਦੋਂ ਲੱਗ ਤੇ ਐਵੇਂ ਰਿਹਾ ਕਿ ਓ ਸਾਹਮਣੇ ਤੇ ਕਿਨਾਰਾ ਆ, ਜੇ ਥੋੜ੍ਹੀ ਹੋਰ ਹਿੰਮਤ ਕੀਤੀ ਜੇ ਤੇ ਕਿਨਾਰੇ ਤੇ ਪਹੁੰਚ ਸਕਦੇ ਆ, ਤੇ ਬੇੜਾ ਇੱਥੇ ਡੁੱਬ ਜਾਏਗਾ ਜੇ ਆਪਾਂ ਅਸੂਲਾਂ ਤੇ ਖੜੇ ਰਹੇ, ਜੇ ਆਪਾਂ ਫਿਰ ਤੇ ਆਪਾਂ ਕਿਸੇ ਤਰੀਕੇ ਨਾਲ ਵੀ ਬਾਏ ਸਮ ਹਾਊ ਕਿਸੇ ਹੁੱਕ ਰੁਕ ਵਟ ਐਵਰ ਵੀ ਡੂ, ਬਟ ਵੀ ਹੈਵ ਟੂ ਐਕਚੁਅਲੀ ਗੋ ਫਰੋਮ ਦੈਟ ਸਾਈਡ। ਕਹਿੰਦੇ ਡੈਡ ਨੇ ਕਿਹਾ ਪ੍ਰਿੰਸੀਪਲ ਬੇਸਡ ਲਾਈਫ ਸਟਾਈਲ ਹੋਏ, ਕਿਸੇ ਅਸੂਲ, ਕਿਸੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਕਈ ਵਾਰ ਛੋਟੇ ਸੁਪਨੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਭਵਜਲ 'ਚ ਡੋਬ ਦੇਣਾ ਚਾਹੀਦਾ ਹੈਗਾ। ਜਿਹੜੀ ਇਹ ਚੀਜ਼ ਆ, ਕਹਿੰਦਾ ਉਸ ਚੀਜ਼, ਉਹ ਸੈਕਰੀਫਾਈਸ ਦਾ ਫਲ ਅੱਜ ਖਾ ਰਹੇ ਹਾਂ ਅਸੀਂ। ਅੱਜ ਵੀ ਕਹਿੰਦੇ ਡੈਡ ਮੇਰੇ ਨਾਲ ਹੁਣ ਗੱਲ ਹੁੰਦੀ ਕਦੇ ਤੋਂ, ਮਤਲਬ ਇਹ ਕੋਈ 10 ਸਾਲ ਪਹਿਲਾਂ ਦੀ ਗੱਲ ਹੋਣੀ ਹੈ। ਕਹਿੰਦੇ ਉਹਨਾਂ ਦੀ ਕੋਈ ਬਹੁਤੀ ਜ਼ਿਆਦਾ ਲਾਈਫ ਤੇ ਹੁਣ ਨਹੀਂ ਹੈ ਉਹਨਾਂ ਦੇ ਕੋਲ ਸਾਲਾਂ ਦੇ ਹਿਸਾਬ ਦੇ ਨਾਲ, ਪਰ ਹਕੀਕਤ ਇਹ ਹੈ ਜਿੰਨੀ ਵੀ ਹੈ ਬੜੀ ਖੁਸ਼ਨੁਮਾ ਆ ਮੁਕਾਬਲਤਨ ਉਸ ਚਾਚੇ ਦੇ ਜੀਵਨ ਤੋਂ ਸਾਰੇ ਦੇ। ਸੋ ਗੁਰੂ ਬਾਬਾ ਜਿਹੜੀ ਆਹ ਬਾਤ ਕਰ ਰਹੇ ਨਾ ਕਿ ਜੇ ਕਰਤਾਰ ਤੇਰਾ ਭਾਣਾ ਇਹ ਹੈ, ਭਾਣਾ ਭਵਜਲ ਲੰਘੀ ਹੈ, ਭਾਣਾ ਮੰਝ ਪਰਿਆਸ ਜਿਓ, ਬਿਨਾਂ ਸ਼ੱਕ ਭਰੇ ਸਮੁੰਦਰ ਦੇ ਵਿੱਚ ਡੁੱਬ ਜਾਈਏ, ਪਰ ਤੇਰੇ ਭਾਣੇ 'ਚ ਹੁਕਮ ਤੇਰੇ 'ਚ ਹੋਏ, ਉਸ ਕੌਨਸੈਪਟ ਨੂੰ, ਉਸ ਜਿਹੜਾ ਤੇਰਾ ਅਸੂਲਣ ਪੱਖ ਆ ਉਹਨੂੰ ਮੈਂ ਨਾ ਤਿਆਗਾਂ। ਉਹਦੀ ਬਾਤ ਹੋ ਰਹੀ ਹੈ। ਇਹ ਚੱਜ ਆ ਜੀਵਨ ਦਾ। ਅਗਲਾ ਬਚਨ ਲਿਖਿਆ ਭਾਣਾ ਸੋ ਸ਼ੌਰੰਗੁਲਾ ਸਿਫਤ ਰਤਾ ਗੁਣਤਾਸ ਜਿਓ। ਜੇ ਉਸੇ ਭਾਣੇ 'ਚ ਲਗਾਤਾਰ ਅਸੀਂ ਅੱਗੇ ਵਧਾਂਗੇ ਤੇ ਸ਼ੋਹ ਰੰਗੁਲਾ, ਉਹ ਬੜੇ ਰੰਗਾਂ ਦਾ ਮਾਲਕ ਹੈ। ਫਿਰ ਇਹਨੂੰ ਇਸ ਤਰ੍ਹਾਂ ਜਾਣਨਾ ਕਿ ਜ਼ਰੂਰੀ ਨਹੀਂ, ਅੱਜ ਜਿਵੇਂ ਬੱਚੇ ਨੇ, ਬੱਚਿਆਂ ਦੀ ਕੋਈ ਦਿੱਕਤ ਵੱਡੇ ਲੈਵਲ 'ਤੇ ਆ ਰਹੀ ਸਾਨੂੰ ਦੇਖਦੇ ਹਾਂ ਕਿ ਉਹਨਾਂ ਨੂੰ ਆਪਣੀ ਸ਼ਕਲ ਨਹੀਂ ਪਸੰਦ, ਆਪਣਾ ਸਰੀਰ ਨਹੀਂ ਪਸੰਦ, ਆਪਣੇ ਕੱਪੜੇ ਨਹੀਂ ਪਸੰਦ, ਮਤਲਬ ਇੱਕ ਇਸ ਕਿਸਮ ਦੀ ਨਾਪਸੰਦਗੀ ਦੀ ਹਾਲਤ ਬਹੁਤੀ ਹੈ। ਉਹਦਾ ਕਾਰਨ ਇਹ ਵੀ ਜਿਹੜੀਆਂ ਚੀਜ਼ਾਂ ਟਰੈਂਡੀ ਨੇ, ਜਿਹੜੇ ਫੈਸ਼ਨ ਆ, ਜਿਹੜਾ ਆਲੇ ਦੁਆਲਾ ਹੈ, ਉਸ ਸਾਰੇ ਦਾ ਪ੍ਰਭਾਵ ਬਹੁਤ ਵੱਡੇ ਲੈਵਲ 'ਤੇ ਪੈ ਰਿਹਾ ਹੈਗਾ। ਇਹ ਸਭ ਦੇ ਨਾਲ ਜਿਹੜਾ ਰੰਗ ਕੋਲ ਹੈ ਉਹ ਚੰਗਾ ਨਹੀਂ ਲੱਗਦਾ, ਜਿਹੜਾ ਰੰਗ ਦੂਜਿਆਂ ਨੇ ਪਾਇਆ ਉਹ ਸ਼ੋਖ ਲੱਗਦਾ, ਉਹ ਮਿਲਦਾ ਨਹੀਂ ਗਾ। ਅਜੀਬ ਹਾਲਤ ਹੈ। ਜ਼ਿੰਦਗੀ ਫਰਸਟ੍ਰੇਸ਼ਨ ਨਾਲ ਪੂਰੀ ਮਿਜ਼ਰੇਬਲ ਬਣੀ ਪਈ ਹੈ। ਹੁਣ ਇਸ ਹਾਲਤ ਦੇ ਵਿੱਚ ਬੰਦੇ ਨੂੰ ਕੀ ਚੰਗਾ ਲੱਗਾ? ਰੱਬ ਚੰਗਾ ਲੱਗਿਆ, ਭੁੱਲ ਜਾਓ। ਬੰਦੇ ਨੂੰ ਤਾਂ ਆਪਣਾ ਆਪਾ ਨਹੀਂ ਚੰਗਾ ਲੱਗਦਾ, ਪਰਿਵਾਰ ਨਹੀਂ ਚੰਗਾ ਲੱਗਦਾ, ਜਿੱਥੇ ਰਹਿ ਰਿਹਾ ਉਹ ਘਰ, ਉਹ ਹਾਲਾਤ, ਆਲਾ ਦੁਆਲਾ ਕੁਛ ਵੀ ਠੀਕ ਨਹੀਂ। ਇਹੋ ਜਿਹਾ ਬੰਦਾ ਨਿਤਨੇਮ ਕਰੇਗਾ ਤੇ ਕਿਵੇਂ ਕਰੇਗਾ? ਸਿਮਰਨ ਕਰੇਗਾ ਤੇ ਕਿਵੇਂ ਕਰੇਗਾ? ਇਹ ਤਾਂ ਸ਼ੁਕਰ ਵਾਲੀ ਬਾਤ ਹੈ। ਬੰਦਾ 2 ਪਲ ਬੈਠ ਕੇ ਧੰਨਵਾਦ ਕਰੇ, ਦਾਤਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਆਹ ਜਿਹੜੀ ਰੂਪ ਹੈ ਕਿਵੇਂ ਆਏਗਾ? ਗੁਰੂ ਮਹਾਰਾਜ ਕਹਿੰਦੇ ਕਿਤੇ ਭਾਣਾ ਸੋ ਸ਼ੌਰੰਗੁਲਾ, ਜੇ ਕਿਤੇ ਇਹੋ ਜਿਹੀ ਬਾਤ ਆ ਜਾਏ ਕਰਤਾਰ ਤੇਰੇ ਭਾਣੇ 'ਚ ਰਹਿ ਸਕਾਂ, ਤੇਰੇ ਸਮੁੱਚੇ ਰੰਗਾਂ ਨੂੰ ਵੇਖ ਕੇ ਉਹ ਮੈਨੂੰ ਵਾਕਿਆ 'ਚ ਤੇਰੇ ਰੰਗ ਜਿਹੜੇ ਨੇ ਉਹ ਪੂਰੇ ਉਸ ਤਰੀਕੇ ਨਾਲ ਮੈਨੂੰ ਆਪਣੇ ਵਿੱਚ ਪ੍ਰਭਾਵਿਤ ਕਰ ਲੈਣ, ਮੈਨੂੰ ਅਟਰੈਕਟ ਕਰ ਲੈਣ ਤੇਰੇ ਵਾਲੇ ਪਾਸੇ। ਅਗਲਾ ਬਚਨ ਲਿਖਿਆ ਸਿਫਤ ਰਤਾ ਗੁਣਤਾਸ ਜਿਉ, ਫਿਰ ਮੈਂ ਤੇਰੀਆਂ ਸਿਫਤਾਂ ਵਿੱਚ ਰੱਤਿਆ ਹੋਇਆ ਗੁਣਤਾਸ, ਜਿਹੜਾ ਤੂੰ ਗੁਣਾਂ ਦਾ ਖਜ਼ਾਨਾ ਆ, ਮੈਂ ਤੇਰੇ ਤੋਂ ਦੂਰ ਨਾ ਜਾਵਾਂ। ਕਿਸੇ ਵੀ ਦੁਨੀਆ ਦੀ ਡਿਕਸ਼ਨਰੀ ਦੇ ਵਿੱਚ ਜਿਹੜਾ ਸਪਿਰਿਚੁਅਲ ਐਕਟੀਵਿਟੀ ਆ, ਸਪਿਰਿਚੁਅਲ ਇੱਕ ਐਕਸਰਸਾਈਜ਼ ਆ, ਕੋਈ ਦੁਨੀਆ ਦੀ ਡਿਕਸ਼ਨਰੀ, ਕੋਈ ਦੁਨੀਆ ਦਾ ਸ਼ਬਦਕੋਸ਼ ਇਹਨੂੰ ਮਾੜਾ ਨਹੀਂ ਗਿਣਦਾ। ਮੈਂ ਤੇ ਰੈਸ਼ਨਲਿਸਟ ਹੋਣ ਦੀਆਂ ਗੱਲਾਂ ਜੇ ਹੁਣ ਕੀਤੀਆਂ ਲੋਕਾਂ ਦੇ,
ਜਾਂ ਤੁਸੀਂ ਏਥੀਜ਼ਮ ਦੀ ਗੱਲ ਕਰਦੇ ਹੈਗੇ ਹੋ। ਯੂਰਪ ਦੇ ਵਿੱਚ ਇੱਕ ਮੂਵਮੈਂਟ ਚੱਲੀ ਪੂਰੀ ਦੀ ਪੂਰੀ ਸਾਇੰਸਟੋਲੋਜੀ ਦੇ ਰੂਪ ਦੇ ਵਿੱਚ, ਰਿਲੀਜਨ ਦੇ ਖਿਲਾਫ ਇੱਕ ਨਵੀਂ ਆਈਡੀਓਲੋਜੀ ਲਿਆਂਦੀ, ਸਾਇੰਸਟੋਲੋਜੀ, ਸਾਇੰਸ ਦੇ ਬੇਸ ਦੇ ਉੱਤੇ ਸਾਰਾ ਕੁਛ। ਮਗਰ ਉਹ ਵੀ ਇੱਕ ਲੈਵਲ 'ਤੇ ਜਾ ਕੇ ਕਹਿਣ ਲੱਗੇ ਸਪਿਰਿਚੁਅਲਿਟੀ ਦੈਟ ਇਜ਼ ਅ ਅਸੈਂਸ਼ੀਅਲ ਪਾਰਟ ਆਫ ਹਿਊਮਨ ਲਾਈਫ, ਵੀ ਕੈਨ ਨਾਟ ਗੋ ਅਵੇ। ਬੰਦੇ ਨੂੰ, ਮੈਂ ਇੱਥੇ ਇਸੇ ਹਾਜ਼ਰੀ 'ਚ ਇੱਕ ਦਿਨ ਬਾਤ ਕਰ ਰਿਹਾ ਸੀਗਾ ਕਿ ਮੈਂ ਇੱਕ ਡੈਨਿਸ਼ ਸਕਾਲਰ ਦਾ ਰੀਸੈਂਟਲੀ ਇੱਕ ਕਿਤਾਬਚਾ ਦੇਖ ਰਿਹਾ ਸੀ, ਐਕਚੁਅਲੀ ਉਹ ਆਪਣੀ ਕਿਤਾਬ ਉਸ ਦਿਨ ਇੰਟਰੋਡਿਊਸ ਕਰ ਰਿਹਾ ਸੀਗਾ। ਕਿਤਾਬ ਦਾ ਨਾਂ ਹੀ ਸੀਗਾ ਕੰਸਨਟ੍ਰੇਸ਼ਨ, ਜਿਹੜੀ ਸਭ ਤੋਂ ਵੱਡੀ ਲੈਕਿੰਗ ਕਰ ਰਹੇ ਹਾਂ ਅੱਜ ਅਸੀਂ। ਬੰਦੇ ਦੀ ਕੰਸਨਟ੍ਰੇਸ਼ਨ ਦੀ ਬੜੀ ਦਿੱਕਤ ਆ ਰਹੀ ਹੈ। ਬੰਦਾ ਕੁਛ ਨਾ ਕੁਛ ਚਾਹੁੰਦਾ ਹੈ ਤੇ ਉਹ ਕਰਨਾ ਸ਼ੁਰੂ ਕਰਦਾ, ਦਿਮਾਗ ਕਿਤੇ ਹੋਰ ਚਲਾ ਜਾਂਦਾ, ਮੁੜ ਕੇ ਹਾਲਤ ਇਹ ਬਣਦੀ ਹੈ ਉਹ ਇਕਾਗਰ ਕਰਨਾ ਨਹੀਂ, ਮਨ ਦੀ ਇਕਾਗਰਤਾ ਹੈ। ਅਸੀਂ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ ਕਿ ਰੇ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਹਰੀ ਨੂੰ ਧਿਆ, ਇੱਕ ਮਨ ਇੱਕ ਚਿੱਤ, ਬਿਲਕੁਲ ਇਕਾਗਰਤਾ, ਜੋ ਸਾਵਧਾਨ ਇਕਾਗਰ ਚੀਤ, ਇਹੀ ਤਾਂ ਮੁਸ਼ਕਿਲ ਬਣ ਰਹੀ ਹੈ। ਉਹਦੇ 'ਚ ਉਹਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਵੀ ਅਲਟੀਮੇਟਲੀ ਇਹ ਸਾਡੀ ਕੰਸਨਟ੍ਰੇਸ਼ਨ ਭੰਗ ਕਿਉਂ ਹੋ ਰਹੀ ਹੈ, ਉਹਦੇ ਬਾਰੇ ਰੀਜ਼ਨ ਵੀ ਦੱਸੇ। ਫਿਰ ਉਹਨੂੰ ਪੁੱਛਿਆ ਗਿਆ ਓਕੇ ਰੀਜ਼ਨ ਤੇ ਹੋ ਗਏ, ਪ੍ਰੋਬਲਮ ਟਾਕ we have done that, but what are the solutions? Can you put little bit light toward the solution side? ਤੇ ਫਿਰ ਉਹ ਸੋਲਿਊਸ਼ਨ ਵਿੱਚ ਕਹਿੰਦਾ ਵੀ ਇੱਕ ਸੋਲਿਊਸ਼ਨ ਤੇ ਸਦੀਆਂ ਤੋਂ ਪਿਆ ਆ। what is that solution? ਕਹਿੰਦਾ ਮੈਡੀਟੇਸ਼ਨ। ਇਹ ਪਹਿਲਾ ਆ, ਇਹ ਐਂਸ਼ੀਅੰਟ ਟਾਈਮ ਤੋਂ ਅੱਜ ਤੱਕ ਆ ਰਿਹਾ ਹੈਗਾ। ਫਿਰ ਉਹਨੇ ਅਗਲੀ ਬਾਤ ਕੀਤੀ, ਜਿਹੜਾ ਮੈਡੀਟੇਸ਼ਨ ਹੈ ਨਾ, ਇਟਸ ਨੋਟ ਜਸਟ ਏ ਯੂ ਕੈਨ ਸੇ ਬੜੀ ਕੂਲ ਤੇ ਬੜਾ ਫਨ ਟਾਈਪ ਚੀਜ਼ ਆ, ਇਟਸ ਏ ਸੀਰੀਅਸ ਬਿਜ਼ਨਸ। ਇਹ ਕੋਈ ਇਹ ਨਹੀਂ ਕਹਾ ਕਿ ਤੁਸੀਂ ਸੋਚਿਆ ਕਿ ਹਾਂ ਹਾਂ ਇੱਕਦਮ ਬੰਦਾ ਮਿਸਮਰਾਈਜ਼ ਹੋ ਜਾਏਗਾ ਉਹਦੇ ਵਿੱਚ ਤੇ ਉਹਦੇ 'ਚ ਗਵਾਚ ਜਾਏਗਾ ਜਾ ਕੇ। ਨੋ ਨੋ ਨੋ, ਇਟਸ ਏ ਟੋਟਲ ਆਪਣੇ ਆਪ ਦੇ ਵਿੱਚ ਇੱਕ ਪ੍ਰਿੰਸੀਪਲ ਜਿਹੜਾ ਤੁਹਾਡਾ ਹੈਗਾ ਟਾਈਮ ਆ, ਉਹਦੀ ਇਨਵੈਸਟਮੈਂਟ ਦੇ ਨਾਲ ਹੌਲੀ ਹੌਲੀ ਕਰਕੇ ਤੁਹਾਨੂੰ ਇਹ ਚੀਜ਼ ਦੀ ਸਮਝ ਤੇ ਸੋਝੀ ਆਵੇਗੀ। ਪਰ ਇਹੀ ਇੱਕ ਚੀਜ਼ ਆ ਜਿਹਦੇ ਨਾਲ ਤੁਸੀਂ ਇਸ ਜਿਹੜਾ ਮਾਈਂਡ ਤੁਹਾਡਾ ਮਾਈਂਡ which is wandering all the time here and there, you can just align that energy toward the right path, toward the right choices. ਇੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ ਹੈ ਕਿ ਜਦੋਂ ਸਿਫਤ ਰਤਾ ਗੁਣਤਾਸ ਜੀਓ, ਤੁਸੀਂ ਉਹਦੀ ਸਿਫਤ ਸਲਾਹ ਦੇ ਵਿੱਚ ਗੁਣ ਵੇਖੋਗੇ, ਵਡਿਆਈਆਂ ਵੇਖੋਗੇ ਆਪਣੇ ਅੰਦਰ, ਦੂਜਿਆਂ ਦੇ ਅੰਦਰ, ਰੱਬ ਦੀ ਬਣਾਈ ਕਾਇਨਾਤ ਦੇ ਅੰਦਰ। ਇਸ ਤਰੀਕੇ ਨਾਲ ਅੱਜ ਹੀ ਮੈਂ ਤੇ ਬੜੇ ਇੱਕ ਸਾਡੇ ਸਕਾਲਰ ਬੰਦੇ ਹੈਗੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਤੇ ਬਾਈ ਚਾਂਸ ਅਸੀਂ ਬਿਲਾਸ ਵਿੱਚ ਮਜ਼ਾਕ 'ਚ ਗੱਲ ਕਰਦੇ ਕਰਦੇ ਤੇ ਮੈਨੂੰ ਪੁੱਛ ਰਹੇ, ਮੈਂ ਡਾਕਟਰ ਸਾਹਿਬ ਕੀ ਕੋਈ ਪ੍ਰੋਜੈਕਟ ਹੈਗਾ ਇਹੋ ਜਿਹਾ? ਕਹਿੰਦੇ ਪ੍ਰੋਜੈਕਟ ਤਾਂ ਹੈਗਾ ਬੜਾ ਡਰੀਮ ਪ੍ਰੋਜੈਕਟ, ਜੇ ਕਿਤੇ ਕਦੀ ਪੂਰਾ ਹੋ ਸਕੇ ਤੇ ਕਹਿੰਦੇ ਖਾਸ ਕਰਕੇ ਕੈਨੇਡਾ ਤੇ ਇਹਨਾਂ ਦਿਨਾਂ ਦੇ ਵਿੱਚ ਕਿਤੇ ਉਹ ਜਿਹੜਾ ਹੈਗਾ ਡੌਨ ਵੈਲੀ ਦੇ ਨੇੜੇ ਡਰਾਈਵ ਕਰ ਰਹੇ ਹੋਣੇ ਨੇ। ਤੇ ਮੈਂ ਕਿਹਾ ਕਿ ਕਹਿੰਦੇ ਚੇਤੇ ਹੈਗਾ ਕਿ ਵੱਡੀ ਸਾਰੀ ਪਹਾੜੀ ਦੇ ਉੱਤੇ ਇੱਕ ਸਿੱਧੀ ਉੱਤੀ ਬਿਲਡਿੰਗ ਉਸਾਰਦੇ ਆ, ਉਹਦੇ ਤਿੰਨ ਪਾਸੇ ਦੀਵਾਰਾਂ ਹੋਣ ਤੇ ਇੱਕ ਪਾਸੇ ਸਿਰਫ ਸ਼ੀਸ਼ਾ ਹੋਏ ਤੇ ਰੂਮ ਇੰਨਾ ਕਿ ਬੰਦਾ ਬਸ ਚੌਂਕੜਾ ਮਾਰ ਕੇ ਬੈਠ ਸਕੇ ਬਸ। ਤੇ ਮੈਂ ਕਿਹਾ ਕਰਨਾ ਕੀ? ਕਹਿੰਦਾ ਕਰਨਾ ਕੀ, ਬਸ ਸਾਥ ਬਦਲਦੇ ਹੋਏ ਰੰਗਾਂ ਨੂੰ ਦੇਖਣਾ, ਕੁਦਰਤ ਨੂੰ। ਕਹਿੰਦਾ ਬੜਾ ਨਾਈਸ ਥਿੰਗ। ਲੋਕੀ ਕਿੱਥੇ ਗੁਆਚੇ ਫਿਰਦੇ ਦੇਖੋ ਸਹੀ। ਕਹਿੰਦਾ ਮੈਂ ਦੇਖ ਰਿਹਾ ਕਿਆ ਖੂਬਸੂਰਤੀ ਮਦਰ ਨੇਚਰ ਨੇ ਫੈਲਾਈ ਪਈ ਹੈ। ਤਾਂ ਅਸੀਂ ਬਿਲਾਸ ਵਿੱਚ ਹੱਸਦੇ ਹੋਏ ਕਹਿ ਰਹੇ ਸੀਗੇ, ਮੈਂ ਕਿਹਾ ਵੀ ਇਹ ਫਿਰ ਹੋਏਗਾ ਵੀ ਲੀਵ ਕਲਰ ਮੈਡੀਟੇਸ਼ਨ ਹੈ ਨਾ, ਅਸੀਂ ਇਸ ਕਿਸਮ ਦਾ ਨਾਂ ਰੱਖਾਂਗੇ, ਇਸ ਰੂਪ 'ਚ ਬਾਤ ਹੋ ਰਹੀ। ਪਰ ਹਕੀਕਤ ਇਹ ਹੈ, ਇਹ ਜਿਹੜੀ ਕੁਦਰਤ ਹੈ ਇਹਦੇ ਗੁਣਾਂ ਨੂੰ, ਇਹਦੇ ਰੰਗਾਂ ਨੂੰ ਬੰਦਾ ਕਿੱਥੇ ਮਾਣ ਪਾਏਗਾ ਜਿਹੜਾ ਬੰਦਾ ਆਪਣੀ ਦੁਨੀਆ 'ਚ ਗਵਾਚ ਗਿਆ। ਸਾਹਿਬ ਕਹਿੰਦੇ ਸਿਫਤ ਰਤਾ ਗੁਣਤਾਸ ਜੀ, ਫਿਰ ਭਾਣੇ ਸ਼ੋ ਪਿਹਾਵਲਾ ਹਉ ਆਵਣ ਜਾਣ ਮੋਈ ਆਸ ਜੀਓ। ਭਾਣੇ ਸ਼ਹੁ ਪਿਹਾਵਲਾ, ਜਦੋਂ ਉਹ ਇਸ ਰੂਪ ਵਿੱਚ ਆਉਂਦਾ ਕਈ ਵਾਰੀ ਰੱਬ ਦਾ ਨਾਂ ਡਰਾਵਣਾ ਵੀ ਲੱਗਦਾ ਹੈ। ਮੈਂ ਇਹ ਵੀ ਦੇਖਿਆ ਲੋਕ ਕਈ ਵਾਰ ਕਹਿਣਗੇ ਨਹੀਂ 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 ਰੱਬ ਤੋਂ ਬੜਾ ਡਰ ਲੱਗਦਾ ਭਰਾਵਾ, ਇਹ ਤੇ ਰੱਬ ਤੋਂ ਦੂਰ ਹੀ ਰਹਿਣ ਵਾਲੇ ਬੰਦੇ ਆ। ਮਤਲਬ ਇਹ ਡਰ ਰੱਬ ਦਾ ਨਹੀਂ ਗਾ, ਸਾਡੇ ਮਨ ਦੀ ਦੁਨੀਆ ਦਾ ਹੈ। ਕਿਉਂਕਿ ਮਨ ਜਿਹੜਾ ਆ ਇਹ ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ। ਸੌਰੀ ਟੂ ਸੇ, ਸਵੇਰ ਦੇ ਸਮੇਂ ਤੁਸੀਂ ਬਾਣੀ ਪੜ੍ਹ ਰਹੇ ਹੋ, ਅੱਖਾਂ ਬੰਦ ਕਰਕੇ ਆਪਣੇ ਆਪ ਨਾਲ ਗੱਲ ਕਰਕੇ ਦੇਖੋ, ਪੁੱਛੋ ਆਪਣੇ ਆਪ ਨੂੰ, ਓ ਮਾਈ ਲਾਈਫ, you have been in this world from that many years. What have you done until now? Have you actually understand what is the purpose of your appearance over here? ਅਹਿਸਾਸ ਆਇਆ ਤੈਨੂੰ ਇਸ ਗੱਲ ਦਾ? ਹੁਣ ਇਹੋ ਜਿਹੀ ਜਿਹੜੀ ਚੀਜ਼ ਆ
ਪਿਹਾਵਲਾ, ਬੰਦੇ ਨੂੰ ਕਈ ਵਾਰੀ ਡਰ ਵੀ ਆਉਂਦਾ ਹੈ, ਕੀ ਬਣੇਗਾ। ਗੁਰੂ ਸਾਹਿਬ ਕਹਿੰਦੇ ਭਾਣਾ ਸ਼ੋ ਪਿਹਾਵਲਾ ਹੋਂ ਆਵਣ ਜਾਣ ਮੁਯਾਸ ਜਿਉ। ਪਰ ਇਹ ਹੈ ਜੇ ਕਿਤੇ ਉਹਦੇ ਨਾਲ ਸਾਂਝ ਬਣ ਜਾਏ ਤੇ ਵੀ ਉਹ ਕਰਤਾਰ ਬੜਾ ਬੇਅੰਤ ਹੈ। ਤੁਸੀਂ ਉਹਦੇ ਭੈ ਵਿੱਚ ਰਹਿਣਾ ਸ਼ੁਰੂ ਕਰ ਦਿਓ, ਆਉਣ ਜਾਣ ਦਾ ਸਾਰਾ ਜਿਹੜਾ ਹੈਗਾ ਉਹ ਤੁਹਾਡਾ ਸਾਰੇ ਦਾ ਸਾਰਾ ਉਹ ਜਿਹੜੀ ਹਾਲਤ ਹੈ ਉਹ ਤੋਂ ਬਾਹਰ ਕੱਢਦਾ, ਮੁਕਤੀ ਕਰ ਦਿੰਦਾ ਹੈਗਾ। ਤੂੰ ਸ਼ੋ ਅਗਮ ਅਤੋਲਵਾ ਹੋਂ ਕਹਿ ਢਹਿ ਪਈ ਆਸ ਜਿਓ। ਬਾਕੀ ਇਹ ਕਰਤਾਰ ਗੁਰੂ ਨਾਨਕ ਸਾਹਿਬ ਬਾਤ ਕਰਦੇ, ਤੂੰ ਅਗਮ ਅਤੋਲਵਾ ਹੈ, ਮੈਂ ਤੈਨੂੰ ਅਵੈਲੂਏਟ ਨਹੀਂ ਕਰ ਸਕਦਾ, ਮੈਂ ਤੈਨੂੰ ਐਕਸਪਲੇਨ ਵੀ ਨਹੀਂ ਕਰ ਸਕਦਾ ਪੂਰੀ ਤਰ੍ਹਾਂ। ਕਹਿ ਢਹਿ ਪਈ ਆਸ, ਜੋ ਮੈਂ ਕੀ ਕਹਿ ਕੇ ਤੇਰੇ ਅੱਗੇ ਆਪਣਾ ਆਪਾ ਨੇ ਉਛਾਵਰ ਕਰਦਿਆਂ ਭਾਵ ਤੂੰ ਬੇਅੰਤ ਆ, ਮੁਝ ਤੋਂ ਤੁਝ ਬੇਅੰਤ ਦੀ ਸਿਫਤ ਨਹੀਂ ਹੋ ਪਾਏਗੀ ਪੂਰੀ ਤਰ੍ਹਾਂ। ਜਿਹੜੀਆਂ ਅੰਤਲੀਆਂ ਲਾਈਨਾਂ ਨੇ ਦੇ ਵਿੱਚ ਉਹ ਹੈਗਾ ਕਿ ਕਿਆ ਮੰਗੂ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਓ। ਮੈਂ ਤੇਰੇ ਤੋਂ ਕੀ ਮੰਗਾ ਤੇ ਕੀ ਤੈਨੂੰ ਕਹਾਂ ਸੁਣਾ। ਆਈ ਹੈਵ ਨੋ ਆਈਡੀਆ, ਮੈਨੂੰ ਕੋਈ ਪਤਾ ਨਹੀਂ। ਹਾਂ ਇੰਨੀ ਜ਼ਰੂਰ ਬਾਤ ਕਹਾਂਗਾ ਤੈਨੂੰ, ਮੈਂ ਦਰਸ਼ਨ ਭੂਖ ਪਿਆਸ ਜਿਓ। ਤੇਰੇ ਦਰਸ਼ਨਾਂ ਦੀ ਭੁੱਖ ਵੀ ਹੈ ਤੇ ਪਿਆਸ ਵੀ ਹੈ, ਤੜਪਣਾ ਵੀ ਹੈ। ਮੈਨੂੰ ਹੋਰ ਕੁਝ ਨਹੀਂ ਪਤਾ। ਜਿਹੜਾ ਜੀਵਨ ਦਾ ਮਹਾ ਸੁੱਖ ਹੈ, ਹਾਈਐਸਟ ਪਲੇਜਰ ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਸਭ ਮੰਨਣਾ ਚਾਹੁੰਦੇ ਹਾਂ। ਰੱਬ ਨਾਂ ਉਹਦਾ ਹੀ ਹੈ ਅਸਲ ਦੇ ਵਿੱਚ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਨੂੰ ਮੰਨਣਾ ਚਾਹੁੰਦਾ, ਮੈਂ ਉਹਨੂੰ ਜੀਣਾ ਚਾਹੁੰਦਾ। ਮਾਲਕ ਮੇਰੇ ਤੇ ਤਰਸ ਕਰ ਇਸ ਗੱਲ ਦਾ। ਗੁਰ ਸ਼ਬਦੀ ਸ਼ਉ ਪਾਇਆ ਸਚ ਨਾਨਕ ਕੀ ਅਰਦਾਸ ਜੋ। ਤੇ ਨਾਨਕ ਕਹਿ ਬੇਨਤੀ ਹੈ ਕਿ ਜੇ ਤੂੰ ਤਰਸ ਕਰੇਗਾ ਤੇ ਮੈਨੂੰ ਪੱਕਾ ਪਤਾ ਹੈ ਗੁਰ ਸ਼ਬਦੀ ਸ਼ਉ ਪਾਇਆ, ਗੁਰੂ ਕੇ ਸ਼ਬਦ ਦੇ ਜ਼ਰੀਏ ਅਸੀਂ ਆਪਣੇ ਸ਼ਹੁ ਨੂੰ, ਆਪਣੇ ਖਸਮ ਨੂੰ ਧਾਰਨ ਕਰ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹੈਗੇ ਹਾਂ। ਲਗਾਤਾਰ ਹੁਣ 2 ਸ਼ਬਦ ਕੁਚੱਜੀ ਤੇ ਸੁਚੱਜੀ ਦੇ ਸਿਰਨਾਵੇਂ ਹੇਠ ਅਸੀਂ ਵਿਚਾਰੇ ਨੇ। ਹੁਣ ਜਿਹੜਾ ਅਗਲਾ ਸ਼ਬਦ ਹੈ ਉਹ ਹੈ ਗੁਣਵੰਤੀ। ਕਿਆ ਕੰਬੀਨੇਸ਼ਨ ਹੈ। ਤੁਸੀਂ ਦੇਖੋ ਜਿਹੜੀ ਪ੍ਰੈਜੈਂਟੇਸ਼ਨ ਵੀ ਕੀਤੀ ਗੁਰੂ ਸਾਹਿਬ ਨੇ ਕੰਟੈਂਟ ਨੂੰ, ਕਿਸ ਤਰੀਕੇ ਦੇ ਨਾਲ ਇਹਨੂੰ ਅਲਾਈਨ ਕੀਤਾ, ਕਿਸ ਤਰੀਕੇ ਨਾਲ ਇਹਨੂੰ ਜਿਹੜਾ ਹੈਗਾ ਸੀਰੀਅਲ ਵਾਈਜ਼ ਇੱਕ ਪਾਬੰਦ ਕਰਕੇ ਲੈ ਕੇ ਆਉਂਦੇ। ਕੁਚੱਜੀ ਸੁਚੱਜੀ ਤੇ ਹੁਣ ਇੱਕ ਐਕਸਟ੍ਰੀਮ ਹਾਇਰ ਲੈਵਲ ਆਏਗਾ ਸਪਿਰਚੁਅਲਿਟੀ ਤੱਕ। ਗੁਣਵੰਤੀ, ਗੁਣਾਂ ਦੇ ਉਸ ਜਿਹੜਾ ਖਜ਼ਾਨੇ ਨੂੰ ਅਸੀਂ ਕਿਵੇਂ ਧਾਰਨ ਕਰਕੇ ਤੇ ਕਿਹੋ ਜਿਹੇ ਜੀਵਨ ਨੂੰ ਜੀਣਾ ਹੈਗਾ, ਉਹਦੀ ਬਾਤ ਹੁੰਦੇ ਸਮੇਂ 'ਚ ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਿਓ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ